ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਜਿਵੇਂ ਕਿ ਥੰਬਨੇਲ ਤੁਸੀਂ ਸਭ ਨੇ ਦੇਖਿਆ ਬੱਚੇ, ਆਪਾਂ ਇੰਡੀਅਨ ਇਕੋਨਮੀ ਬਹੁਤ ਸਟੂਡੈਂਟਸ ਨੇ ਕਿਹਾ ਸੀ ਕਿ ਸਰ ਇੰਡੀਅਨ ਇਕੋਨਮੀ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਟੌਪਿਕ ਨੇ ਔਰ ਪਲੱਸ ਉਹਨਾਂ ਦੇ ਨਾਲ ਰਿਲੇਟਡ ਜਿਹੜਾ ਵੀ ਕਰੰਟ ਹੋਊਗਾ ਉਹ ਤੁਸੀਂ ਸਾਨੂੰ ਕਰਵਾਓ। ਤਾਂ ਦੇਖੋ ਬੱਚੇ, ਟਾਈਮ ਆ ਜਿਹੜਾ ਬਹੁਤ ਲਿਮਟਿਡ ਜਿਹਾ ਰਹਿ ਗਿਆ, ਤਾਂ ਆਪਾਂ ਹੁਣ ਪੂਰਾ ਡਿਟੇਲ ਨਾਲ ਨਹੀਂ ਕਰਦੇ। ਜਿਹੜੇ ਕਿ ਇੰਪੋਰਟੈਂਟ ਫੈਕਟ ਨੇ ਜਿਨ੍ਹਾਂ ਦੇ ਵਿੱਚੋਂ ਡਾਇਰੈਕਟਲੀ ਕੁਐਸਚਨ ਆਪਾਂ ਨੂੰ ਆ ਜਾਊਗਾ ਔਰ ਕਰੰਟ ਦੇ ਵਿੱਚ ਰਹੇ ਨੇ ਉਹ ਵਾਲੇ ਨੇ ਜਿਹੜੇ ਦੇਖੋ। ਆਪਾਂ ਅੱਜ ਗੱਲ ਕਰਾਂਗੇ ਆਨਲਾਈਨ ਟ੍ਰੇਡਿੰਗ ਦੇ ਵਿੱਚ BSE NSE ਕਮੋਡਿਟੀ ਮਾਰਕੀਟ SEBI IPO ਗ੍ਰੇ ਮਾਰਕੀਟ। ਆ ਬੱਚੇ ਕਰੰਟ ਦਾ ਟੌਪਿਕ ਆ, ਫੈਕਚੁਅਲ ਡੇਟਾ ਗਾ ਆ ਕਰੰਟ ਦੇ ਵਿੱਚ ਰਿਹਾ ਸੀ ਔਰ ਫੈਕਚੁਅਲ ਵੀ ਨੇ ਚੀਜ਼ਾਂ। ਐਗਜ਼ਿਮ ਬੈਂਕ ਇਹ ਵੀ ਨਿਊਜ਼ 'ਚ ਸੀਗਾ, OECD ਨਿਊਜ਼ ਦਾ, ਅਤੇ ਨਵੀਂ ਮਿਨਿਸਟਰੀ ਇਹ ਵੀ ਕਰੰਟ ਦਾ, ਅਤੇ BBB ਮਾਡਲ ਇਹ ਵੀ ਕਰੰਟ ਦਾ, ਨਰਸਮੈਂਟ ਕਮੇਟੀ ਇਹ ਵੀ ਮਤਲਬ ਕਿ ਫੈਕਟ ਆ ਵੈਸੇ ਤਾਂ ਪਹਿਲਾਂ ਦਾ ਇਹ, ਬਟ ਆਪਾਂ ਦੇਖਣਾ। ਅਤੇ ਗ੍ਰੀਨ ਹਾਈਡਰੋਜਨ ਇਹ ਵੀ ਕਰੰਟ ਦਾ, ਬੋਲਡ ਪ੍ਰੋਜੈਕਟ ਇਹ ਵੀ ਕਰੰਟ ਦਾ। ਤਾਂ ਆਹ ਵਾਲੇ ਅੱਜ ਦੇ ਟੌਪਿਕ ਆਪਣਾ ਰਹਿਣ ਵਾਲਾ ਕੰਟੈਂਟ ਆਪਣਾ ਅੱਜ ਦਾ। ਤਾਂ ਇੰਨੇ ਕੁ ਟੌਪਿਕ ਨੇ ਜਿਹੜੇ ਆਪਾਂ ਕਰਾਂਗੇ। ਤਾਂ ਵੀਡੀਓ ਬੱਚੇ ਤਕਰੀਬਨ 30 ਤੋਂ 40 ਮਿੰਟ ਦੀ ਤਾਂ ਆਈ ਥਿੰਕ ਆਪਾਂ ਕਰਾਂਗੇ। ਤਾਂ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ। ਜਿਹੜੇ ਬੱਚੇ ਚੈਨਲ ਦੇ ਉੱਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਬੱਚੇ ਕਰ ਲਓ ਸਬਸਕ੍ਰਾਈਬ, ਅਤੇ ਨਾਲ ਹੀ ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਿਓ ਤਾਂ ਜੋ ਨੋਟੀਫਿਕੇਸ਼ਨ ਆ ਜਿਹੜਾ ਇਮੀਡੀਏਟਲੀ ਤੁਹਾਡੇ ਤੱਕ ਅਪਰੋਚ ਕਰ ਸਕੇ। ਔਰ ਬੱਚੇ ਦੇਖੋ, ਤੁਹਾਨੂੰ ਕਿਸੇ ਕਲਾਸ ਦਾ PDF ਚਾਹੀਦਾ ਹੁੰਦਾ ਜਾਂ ਰਿਵੀਜ਼ਨ ਦੇ ਲਈ ਤੁਹਾਨੂੰ MCQ ਚਾਹੀਦੇ ਨੇ, ਉਹ ਵੀ ਪੂਰੇ ਵਧੀਆ ਟੌਪ ਲੈਵਲ ਦੇ, ਤਾਂ ਦੈਨ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਆ ਜਿਹੜਾ ਉਹਨੂੰ ਜੁਆਇਨ ਕਰ ਸਕਦੇ ਹੋ। ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ 'ਚ ਪ੍ਰੋਵਾਈਡ ਕਰਵਾਇਆ ਜਾਊਗਾ। ਤਾਂ ਬਿਨਾਂ ਕਿਸੇ ਦੇਰੀ ਤੋਂ ਹੁਣ ਅੱਜ ਜਿਹੜਾ ਆਪਣਾ ਟੌਪਿਕ ਉਹਨੂੰ ਆਪਾਂ ਸਟਾਰਟ ਕਰਦੇ ਹਾਂ। ਦੇਖੋ ਬੱਚੇ, ਅਗਰ ਤੁਸੀਂ ਚਾਹੁੰਦੇ ਹੋ ਕਿ ਲਾਈਵ ਕਲਾਸਿਸ ਕਰੀਆਂ ਜਾਣ ਤਾਂ ਲਾਈਵ ਕਲਾਸ ਦੇ ਵਿੱਚ ਤੁਹਾਡੇ ਡਾਊਟ ਹੋਣਗੇ ਬੱਚੇ। ਦੇਖੋ ਮੈਨੂੰ ਹੁਣ ਇਹ ਨਹੀਂ ਪਤਾ ਵੀ ਕਿਹੜੇ ਬੱਚੇ ਦਾ ਕਿਹੜਾ ਟੌਪਿਕ ਹੁੰਦਾ ਨਾ, ਕਿਸੇ ਬੱਚੇ ਨੂੰ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤਾਂ ਉਹ ਇਕੱਲੇ ਇੰਡੀਵਿਜੂਅਲ ਨੂੰ ਤਾਂ ਮੈਂ ਐਵੇਂ ਪੁੱਛ ਨਹੀਂ ਸਕਦਾ। ਤਾਂ ਲਾਈਵ ਕਲਾਸ ਦਾ ਸ਼ਡਿਊਲ ਸੀਗਾ ਜਿਹੜਾ ਪਹਿਲਾਂ ਮੇਰਾ ਕਰਨ ਦੀ ਸਲਾਹ ਸੀਗੀ ਵੀ ਆਪਾਂ ਲਾਈਵ ਕਲਾਸ ਕਰੀਏ। ਪਰ ਲਾਈਵ ਕਲਾਸ ਦਾ ਪੰਗਾ ਇਹ ਹੁੰਦਾ ਬੱਚੇ, ਦੇਖੋ ਜੇ ਤਾਂ ਤੁਸੀਂ 10 ਤੋਂ 15 ਬੱਚੇ ਮਤਲਬ ਕਿ ਜੁੜੋਗੇ ਲਾਈਵ ਸੈਸ਼ਨ ਦੇ ਵਿੱਚ, ਦੈਨ ਹੋ ਸਕਦਾ ਵੀ ਉਹ ਜਲਦੀ ਅਪਡੇਟ ਹੋ ਜਾਏ YouTube 'ਤੇ ਪਬਲਿਕਲੀ। ਅਗਰ ਮੈਂ ਲਾਈਵ ਕਰਤਾ, ਜਿਹੜੇ ਬੱਚੇ ਲਾਈਵ 'ਤੇ ਦੇਖਣਗੇ ਉਹ ਤਾਂ ਠੀਕ ਆ। ਇਸ ਤੋਂ ਬਾਅਦ ਬੱਚੇ ਉਹ YouTube ਵੱਲੋਂ ਜਿਹੜਾ ਮਤਲਬ ਕਿ ਚੈਨਲ ਦੇ ਉੱਪਰ ਪਬਲਿਕਲੀ ਸ਼ੋਅ ਹੋਣ ਲੱਗਦਾ ਨਾ, ਤਾਂ ਉਹਨੂੰ 1 ਦਿਨ ਦਾ ਜਾਂ 2 ਦਿਨ ਦਾ ਸਮਾਂ ਲੱਗ ਜਾਂਦਾ। ਸੋ ਤਾਂ ਕਰਕੇ ਸ਼ਾਮ ਤੱਕ ਦਾ ਸਮਾਂ ਤਾਂ ਲੱਗ ਹੀ ਜਾਊ ਜੇ ਸਵੇਰੇ ਕੀਤਾ। ਤਾਂ ਕਰਕੇ ਉਹ ਵਾਲਾ ਸੈਸ਼ਨ ਨੂੰ ਮੈਂ ਤੁਹਾਨੂੰ ਕਿਹਾ ਸੀਗਾ ਵੀ ਬੱਚੇ ਜੇ ਇੰਨੇ ਜਾਣੇ ਤੁਸੀਂ ਲਾਈਵ ਆਉਂਗੇ ਦੈਨ ਆਪਾਂ ਸੈਸ਼ਨ ਨੂੰ ਰੱਖ ਲਾਂਗੇ। ਪਰ ਤੁਸੀਂ ਰਿਸਪੌਂਸ ਆਪਣਾ ਜਿਹੜਾ ਵੀ ਆ ਟੈਲੀਗ੍ਰਾਮ 'ਤੇ ਬੱਚੇ ਦੱਸ ਸਕਦੇ ਹੋ, ਔਰ ਤੁਸੀਂ ਇੱਥੇ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਵੀ ਕਿਵੇਂ ਤੁਹਾਨੂੰ ਠੀਕ ਲੱਗਦਾ। ਦੇਖੋ ਇਹ ਤੋਂ ਪਹਿਲਾਂ ਬੱਚੇ ਮੈਂ ਤੁਹਾਨੂੰ ਇੱਕ ਕਰੰਟ ਦਾ ਟੌਪਿਕ ਕਰਵਾ ਦਾਂ ਇਕੋਨਮੀ ਤੋਂ ਪਹਿਲਾਂ, ਉਹ ਵੀ ਇੰਪੋਰਟੈਂਟ ਆ। ਤਾਂ ਕੋਈ ਵੀ ਟੌਪਿਕ ਕਰਨਾ ਉਹਦੇ 'ਚ ਆਪਣੇ ਜਿੰਨੇ ਵੀ ਪਲੇਸਿਸ ਨਿਊਜ਼ ਦੇ ਵਿੱਚ ਰਹੀਆਂ ਨੇ, 1-2 ਪਲੇਸ ਆਪਾਂ ਹਰ ਵੀਡੀਓ ਦੇ ਸਟਾਰਟਿੰਗ 'ਤੇ ਕਰਿਆ ਕਰਾਂਗੇ ਤਾਂ ਜੋ ਆਪਣਾ ਜਿਹੜਾ ਇਹ ਵੀ ਹੈ ਨਾ ਕਰੰਟ ਆ ਇਹ ਵੀ ਨਾਲ ਹੀ ਖਤਮ ਹੋ ਜਾਏ ਆਪਣਾ। ਦੇਖੋ ਬੱਚੇ, ਸਭ ਤੋਂ ਪਹਿਲਾਂ ਅੱਜ ਆਪਾਂ ਗੱਲ ਕਰਾਂਗੇ ਸਿਆਚਨ ਦੀ। ਹੁਣ ਸਿਆਚਨ ਕਿੱਥੇ ਆ ਇਹਨੂੰ ਤੁਸੀਂ ਦੇਖ ਸਕਦੇ ਹੋ ਔਨ ਮੈਪ ਜਾ ਕੇ, ਪਰ ਮੈਂ ਤੁਹਾਨੂੰ ਇਹਦਾ ਜਿਹੜਾ ਫੈਕਟ ਆ ਉਹ ਕਰਵਾਊਂਗਾ। ਤੁਹਾਨੂੰ ਮੈਪ ਆ ਜੇ ਬੱਚੇ, ਇਹਦੇ ਚਾਂਸ ਤਾਂ ਬਹੁਤ ਰੇਅਰ ਨੇ ਵੀ ਤੁਹਾਨੂੰ ਮੈਪ 'ਤੇ ਲੋਕੇਸ਼ਨ ਆ ਜਾਏ, ਤਾਂ ਵੀ ਤੁਸੀਂ ਸਿਆਚਨ ਨੂੰ ਜੰਮੂ ਦੇ ਤਾਂ ਉੱਪਰ ਲਦਾਖ 'ਚ ਲੱਭ ਹੀ ਲਓਗੇ। ਠੀਕ ਆ, ਤਾਂ ਹੁਣ ਇਹਦੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੀ ਇਹਦਾ ਮੇਨ ਕੀ ਆ, ਲੋਕੇਸ਼ਨ। ਆਪਾਂ ਲੋਕੇਸ਼ਨ ਦੀ ਗੱਲ ਕਰਨੀ ਆ, ਫਿਰ ਆਪਾਂ ਦੇਖਾਂਗੇ ਇਹਦੇ ਬਾਰੇ ਅਬਾਊਟ, ਜਾਂ ਫਿਰ ਇਹਦੇ ਬਾਰੇ ਸਪੈਸ਼ਲ ਪਿੰਨ ਪੁਆਇੰਟ ਆ ਜਿਹੜਾ ਉਹ ਵਾਲਾ ਦੇਖਾਂਗੇ। ਤਾਂ ਹੁਣ ਦੇਖੋ ਜਿਹੜਾ ਸਿਆਚਨ ਆ ਇਹਦੀ ਲੋਕੇਸ਼ਨ ਕਿੱਥੇ ਆ, ਕੈਰਾਕੋਰਮ ਰੇਂਜ ਤਾਂ ਸਭ ਨੇ ਦੇਖੀ ਆ ਬੱਚੇ। ਇਹਦੇ ਇਹ ਬਿਲਕੁਲ ਈਸਟ 'ਤੇ ਆ, ਜੇ ਆਹ ਵਾਲੀ ਉਹ ਆ ਤਾਂ ਇੱਥੇ ਕੀ ਆਪਣਾ ਸਿਆਚਨ ਹੈਗਾ। ਤਾਂ ਕੈਰਾਕੋਰਮ ਦੇ ਬਿਲਕੁਲ ਇਹ ਈਸਟ 'ਤੇ ਆ। ਠੀਕ ਆ, ਰੇਂਜ ਇਹ ਹਿਮਾਲਿਆ ਦੇ ਵਿੱਚ ਆ ਇਹ। ਤਾਂ ਬਾਕੀ ਇੱਥੇ ਯੂਰੇਸ਼ੀਅਨ ਪਲੇਟ ਆ ਜਿਹੜੀ ਉਹ ਇੰਡੀਅਨ ਸਬ ਕੰਟੀਨੈਂਟ ਨੂੰ ਵੀ ਸੈਪਰੇਟ ਕਰਦੀ ਆ। ਤਾਂ ਜਿਹੜੀ ਇਹਨਾਂ ਦੀ ਯੂਰੇਸ਼ੀਅਨ ਪਲੇਟ ਆ ਉੱਪਰਲੀ, ਤਾਂ ਉਹਦੇ ਬਿਲਕੁਲ ਇਹ ਸਾਊਥ ਦੇ ਵਿੱਚ ਆ। ਇਹ ਤਾਂ ਇਹਦੀ ਰਹੀ ਲੋਕੇਸ਼ਨ। ਹੁਣ ਇਹਦੇ 'ਚ ਸਪੈਸ਼ਲ ਪੁਆਇੰਟ ਦੀ ਗੱਲ ਕਰੀਏ ਤਾਂ ਬੱਚੇ ਦੇਖੋ, ਜਿਹੜੀ ਕੈਰਾਕੋਰਮ ਰੇਂਜ ਆ, ਠੀਕ ਆ, ਕੈਰਾਕੋਰਮ ਰੇਂਜ ਆ ਨਾ, ਇਸ ਦਾ ਇਹ ਸਭ ਤੋਂ ਲੌਂਗੈਸਟ ਗਲੇਸ਼ੀਅਰ ਆ। ਇਹ ਸਿੱਧਾ ਫੈਕਟ ਬਣ ਸਕਦਾ ਵੀ ਕੈਰਾਕੋਰਮ ਰੇਂਜ ਕਿੱਥੇ ਆ, ਹਿਮਾਲਿਆ ਦੇ ਵਿੱਚ ਆ, ਔਰ ਇਹਦਾ ਜਿਹੜਾ ਸਭ ਤੋਂ ਲੌਂਗੈਸਟ ਗਲੇਸ਼ੀਅਰ ਆ ਉਹ ਕਿਹੜਾ ਗਾ, ਉਹ ਰਿਹਾ ਸਿਆਚਨ ਗਲੇਸ਼ੀਅਰ। ਅਤੇ ਜਿਹੜਾ ਕਿ ਕਿਉਂ ਆਪਾਂ ਕਰ ਰਹੇ ਹਾਂ, ਕਿਉਂਕਿ ਇਹ ਸੀਗਾ ਇਨ ਨਿਊਜ਼। ਇੱਕ ਇਹ ਵਾਲਾ ਫੈਕਟ ਹੋ ਗਿਆ। ਦੂਸਰਾ ਤਾਂ ਇਹ ਵਰਲਡ ਦੇ ਵਿੱਚੋਂ ਕਿੰਨਵੇਂ ਨੰਬਰ 'ਤੇ ਆ, ਲੌਂਗੈਸਟ ਦੇ ਵਿੱਚੋਂ ਵਰਲਡ ਦੇ ਵਿੱਚ ਹੈਗਾ ਇਹ 2nd ਨੰਬਰ 'ਤੇ, ਕਿ ਉਹ ਵੀ ਇਕੱਲੇ ਪੋਲਰ ਵਾਲਿਆਂ ਨੂੰ ਛੱਡ ਕੇ। ਠੀਕ ਆ, ਪੋਲਰ ਵਾਲਿਆਂ ਨੂੰ ਛੱਡ ਕੇ ਤਾਂ ਇਹ 2nd ਨੰਬਰ 'ਤੇ ਆਉਂਦਾ। ਠੀਕ ਆ, ਪੋਲਰ ਵਾਲਿਆਂ ਨੂੰ ਅੱਡ ਕੱਢ ਕੇ ਜਿਹੜੇ ਪੋਲਰ ਏਰੀਆ ਦੇ ਵਿੱਚ ਨੇ। ਬਾਕੀ ਫਿਰ ਇਸ ਤੋਂ ਬਾਅਦ ਪਾਸ ਕੀ ਹੁੰਦੇ ਨੇ, ਜਾਣੀ ਕਿ ਦर्रे ਕਹਿ ਦਿੰਦੇ ਆ ਜਿਹਨਾਂ ਨੂੰ ਆਪਾਂ, ਦਰੇ ਲਿਖ ਦੇਣਾ ਮੈਂ। ਅਤੇ ਦर्रे ਕਹਿੰਦੇ ਆ ਜਿਹੜੇ ਕਿ ਰਸਤੇ ਹੁੰਦੇ ਆ, ਪਤਲੀਆਂ ਡੰਡੀਆਂ ਜੀ ਹੁੰਦੀਆਂ ਪਹਾੜਾਂ ਦੇ ਵਿੱਚ। ਇੰਪੋਰਟੈਂਟ ਜੀਆਂ ਕਿਹੜੀਆਂ ਨੇ, ਸਿਆਲਾ ਐਂਡ ਬਿਲਾਫੌਂਡ, ਔਰ ਇਸ ਤੋਂ ਬਾਅਦ ਗਿਓਂਗ ਲਾ। ਆਹ 3 ਇੰਪੋਰਟੈਂਟ ਪਾਸ ਨੇ ਜਿਹੜੇ ਇੱਥੋਂ ਜਾਂਦੇ ਆ। ਔਰ ਇਹ ਬੱਚੇ ਨਾਰਥ ਤੋਂ ਸਾਊਥ ਵੱਲ ਵੀ ਜੇ ਤੁਹਾਨੂੰ ਆ ਜਾਏ ਤਾਂ ਅਮੀ ਆ ਉੱਪਰ ਆ, ਜਮਾਂ ਟੌਪ 'ਤੇ ਆ, ਉਹ ਤੋਂ ਥੱਲੇ। ਤਾਂ ਆਹ ਵਾਲੇ 3 ਤੁਸੀਂ ਪੁਆਇੰਟ ਇਹਦੇ ਬਾਰੇ ਯਾਦ ਰੱਖਣੇ ਸੀ। ਔਰ ਇੱਕ UPSC 2019 ਦੇ ਵਿੱਚ ਕੁਐਸਚਨ ਆਇਆ ਵਾ ਸੀ ਨੁਬਰਾ ਰਿਵਰ ਦੇ ਬਾਰੇ। ਹੁਣ ਜੇ ਕਿਸੇ ਨੂੰ ਥੋੜ੍ਹਾ ਬਹੁਤਾ ਫੈਕਟ ਵੀ ਇਹਦੇ ਬਾਰੇ ਪਤਾ ਹੁੰਦਾ ਤਾਂ ਉਹ ਕੁਐਸਚਨ ਉਹ ਮੈਥ ਦੀ ਕਾਲਮ ਦੇ ਵਿੱਚ ਆਈ ਵੀ ਸੀ, ਨੁਬਰਾ ਰਿਵਰ।
ਤਾਂ ਬੱਚੇ ਦੇਖੋ ਹੁਣ ਕੁਐਸਚਨ ਤਾਂ ਪੂਰਾ ਮੇਰੇ ਯਾਦ ਨਹੀਂ ਹੈਗਾ ਬਟ ਨੋਬਰਾ ਤਾਂ ਇਹਦਾ ਜਿਹੜਾ ਪਾਣੀ ਮਿਲਦਾ ਇਹਨੂੰ ਪਾਣੀ ਕਿੱਥੋਂ ਮਿਲਦਾ, ਪਾਣੀ ਮਿਲਦਾ ਇਹਨੂੰ ਏਸੇ 'ਚੋਂ ਹੀ ਮਿਲਦਾ, ਯਾਨੀ ਕਿ ਸਿਆਚਨ ਗਲੇਸ਼ੀਅਰ ਦੇ ਵਿੱਚੋਂ ਹੀ ਮਿਲਦਾ, ਇਹ ਲਦਾਖ ਦੇ ਵਿੱਚ ਆਏ। ਠੀਕ ਆ, ਤਾਂ ਬੱਚੇ ਇੱਕ ਤਾਂ ਇਹ ਵਾਲੀ ਲੋਕੇਸ਼ਨ ਸੀਗੀ ਆਪਣੀ, ਤਾਂ ਉਮੀਦ ਕਰਦਾ ਵੀ ਤੁਹਾਨੂੰ ਇਹ ਵਾਲਾ ਫੈਕਟ ਬਿਲਕੁਲ ਕਲੀਅਰ ਹੋ ਗਿਆ ਹੋਊਗਾ। ਉਸ ਤੋਂ ਬਾਅਦ ਦੇਖੋ ਇੱਕ ਰਿਫਟ ਵੈਲੀ ਲੇਕਸ। ਹੁਣ ਇਹ ਨਿਊਜ਼ ਦੇ ਵਿੱਚ ਕਿਉਂ ਰਹੀਆਂ ਸੀ, ਕਿਉਂਕਿ ਬੱਚੇ ਜਿਹੜੀਆਂ ਤੰਗ ਘਾਟੀ ਦੇ ਵਿੱਚ ਬੇਲੀਆਂ ਹੁੰਦੀਆਂ ਨੇ, ਠੀਕ ਆ, ਕੀ ਕਹਿੰਦੇ ਉਹਨੂੰ, ਬੇਲੀ ਨੂੰ, ਜਿਹੜੀਆਂ ਰਿਫਟ ਵੈਲੀ ਲੇਕਸ ਹੁੰਦੀਆਂ ਨੇ ਬੱਚੇ, ਇਹਨਾਂ ਦੇ ਵਿੱਚੋਂ ਹੀ ਕਿਉਂ ਸੀ, ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਪਾਣੀ ਦਾ ਲੈਵਲ ਆ ਉਹ ਕਾਫੀ ਵੱਧ ਰਿਹਾ। ਗ੍ਰੇਟ ਰਿਫਟ ਵੈਲੀ ਹੈ ਨਾ ਜਿਹੜੀ ਕੀਨੀਆ ਦੀ, ਠੀਕ ਆ, ਤਾਂ ਇਹ ਮਤਲਬ ਕਿ ਇੰਟਰਨੈਸ਼ਨਲ ਲੈਵਲ ਦੀ ਗੱਲਬਾਤ ਆ। ਤਾਂ ਕੀਨੀਆ ਦੇ ਵਿੱਚ ਜਿਹੜੀ ਦੋ ਪਹਾੜਾਂ ਦੇ ਵਿਚਾਲੇ ਮਤਲਬ ਕਿ ਰਹਿਣਯੋਗ ਥਾਂ ਹੁੰਦੀ ਘਾਟੀ, ਠੀਕ ਆ, ਕੀਨੀਆ ਦੇ ਵਿੱਚ ਕੀ ਆ, ਇੱਥੇ ਸੀਗੀ ਗ੍ਰੇਟ ਰਿਫਟ, ਮੈਂ ਵੈਲੀ ਲਿਖ ਦਿੰਦਾ ਬੱਚੇ ਆਪਣਾ, ਠੀਕ ਆ। ਤਾਂ ਇਹਦੇ 'ਚ ਵਾਟਰ ਲੈਵਲ ਲਗਾਤਾਰ ਵੱਧ ਰਿਹਾ ਸੀ, ਜਿਹੜੀ ਕਿ ਉੱਥੋਂ ਦੀ ਬਾਇਓਡਾਇਵਰਸਿਟੀ ਆ ਜਾਂ ਕਿਸੇ ਨੂੰ ਵੀ ਆ, ਜੇ ਹੁਣ ਪਾਣੀ ਪਹਿਲਾਂ ਨਾਰਮਲ ਸੀਗਾ, ਹੁਣ ਇੱਕਦਮ ਉਹਦੇ 'ਚ ਇਨਕਰੀਜ਼ ਹੋ ਜੇ ਦੈਨ ਉਹ ਨੁਕਸਾਨ ਤਾਂ ਕਰੂਗਾ ਹੀ, ਤਾਂ ਕਰਕੇ ਇਹ ਬਣਿਆ। ਅਤੇ ਹੁਣ ਲੋਕੇਸ਼ਨ ਦੀ ਗੱਲ ਕਰੀਏ ਤਾਂ ਉੱਥੇ ਇਹਦੇ ਆਪਣੇ ਨਾਰਥ ਦੇ ਵਿੱਚ ਇਥੋਪੀਆ ਇਨ ਨਾਰਥ ਦੇ ਵਿੱਚ ਆ, ਔਰ ਇਹਦੇ ਮਲਵਈ ਆ ਜਿਹੜਾ ਮਲਵਈ, ਬਸ ਬੱਚੇ ਇਹਦੇ ਬਾਰੇ ਇੰਨੇ ਫੈਕਟ ਨਹੀਂ ਆਪਾਂ ਦੇਖਣੇ, ਇਹ ਇਹਦੇ ਸਾਊਥ ਦੇ ਵਿੱਚ ਆ, ਔਰ ਨਾਰਥ ਦੇ ਵਿੱਚ ਜੇ ਆ ਜੇ ਤੁਹਾਨੂੰ ਤਾਂ ਇਹ ਹੈਗਾ ਇਥੋਪੀਆ, ਠੀਕ ਆ। ਬਾਕੀ ਤੁਸੀਂ ਕਮੈਂਟ ਕਰਕੇ ਬੱਚੇ ਇੱਕ ਪਾਰਕ ਦਾ ਨਾਮ ਬੋਲਦਾ ਮੈਂ ਤੁਹਾਨੂੰ, ਦੋ ਪਾਰਕ ਨਾਮ ਬੋਲੂੰਗਾ ਮੈਂ, ਤੁਸੀਂ ਉਹ ਕਮੈਂਟ ਕਰਕੇ ਜਰਾ ਦੱਸਣੇ ਆ। ਅਲੀਜ਼ਾਬੈਥ ਨੈਸ਼ਨਲ ਪਾਰਕ। ਹੁਣ ਇਹ ਜੇ ਲਾਈਵ ਸੈਸ਼ਨ ਹੁੰਦਾ ਤਾਂ ਬੱਚੇ ਨੇ ਅਲੀਜ਼ਾਬੈਥ ਸੁਣਿਆ, ਦੈਨ ਉਹਨਾਂ ਦਾ ਆਨਸਰ ਆਉਣਾ ਸੀ ਗ੍ਰੇਟ ਬਟੇਨ, ਕਿਉਂਕਿ ਅਲੀਜ਼ਾਬੈਥ ਦਾ ਨਾਮ ਆ ਗਿਆ, ਉਹਨਾਂ ਨੂੰ ਲੱਗਣਾ ਸੀ ਵੀ ਇਹ ਉੱਥੇ ਹੀ ਹੋਊਗਾ, ਠੀਕ ਆ। ਅਤੇ ਇਸ ਤੋਂ ਬਾਅਦ ਇੱਕ ਹੈਗਾ ਵਲਕੈਨੋਜ਼ ਨੈਸ਼ਨਲ ਪਾਰਕ। ਇਹ ਦੋਨੋਂ ਹੀ ਨੈਸ਼ਨਲ ਪਾਰਕ ਆ ਬੱਚੇ, ਦੋਨਾਂ ਦਾ ਤੁਸੀਂ ਦੱਸਣਾ ਲੋਕੇਸ਼ਨ ਕਿੱਥੇ ਆ, ਹੈ ਅਲੱਗ-ਅਲੱਗ ਕੰਟਰੀਆਂ 'ਚ, ਨਾਮ ਉਹਨਾਂ ਦੇ ਵਿੱਚ ਥੋੜ੍ਹਾ ਹੀ ਫਰਕ ਆ, ਮਤਲਬ ਕਿ ਬੋਲਣ ਦੇ ਵਿੱਚ ਜਮਾਂ ਸੇਮ ਜੇ ਹੈਗੇ ਨੇ ਉਹ ਬੜੇ ਨੇਮ, ਠੀਕ ਆ। ਤਾਂ ਇਹ ਤੁਸੀਂ ਦੱਸਣਾ ਸੀ। ਹੁਣ ਇਹ ਤਾਂ ਬੱਚੇ 2 ਪੁਆਇੰਟ ਸੀਗੇ ਜਿਹੜੇ ਪਲੇਸਿਸ ਇਨ ਨਿਊਜ਼, ਤਾਂ ਆਪਾਂ ਕਰ ਲਏ। ਕੋਈ ਵੀ ਵੀਡੀਓ ਕਰੀਏ ਆਪਾਂ, ਪੋਲਿਟੀ ਦੀ ਕਰੀਏ, ਜਿਓਗ੍ਰਾਫੀ ਦੀ ਕਰੀਏ, ਕਾਹਦੀ ਮਰਜ਼ੀ ਕਰੀਏ, ਤਾਂ ਉਹਦੇ ਵਿੱਚ ਆਪਾਂ 2 ਪਹਿਲਾਂ ਲੋਕੇਸ਼ਨ ਨੇ ਜਿਹੜੀਆਂ, ਚਾਹੇ ਲਾਸਟ 'ਤੇ ਕਰੀਏ ਚਾਹੇ ਸਟਾਰਟਿੰਗ 'ਤੇ ਕਰੀਏ, ਤਾਂ 2 ਪੁਆਇੰਟ ਆਪਾਂ ਕਰਨੇ ਹੀ ਕਰਨੇ ਆ। ਦੇਖੋ ਬੱਚੇ, ਹੁਣ ਆਪਾਂ ਸਟਾਰਟ ਕਰਨ ਤੋਂ ਪਹਿਲਾਂ ਔਨਲਾਈਨ ਟ੍ਰੇਡਿੰਗ ਦੀ ਗੱਲ ਕਰੀ ਸੀ। ਹੁਣ ਆਪਣਾ ਜਿਹੜਾ ਪਹਿਲਾ ਟੌਪਿਕ ਅੱਜ ਦਾ ਔਨਲਾਈਨ ਟ੍ਰੇਡਿੰਗ। ਬੱਚੇ ਜੇ ਤੁਹਾਨੂੰ ਉਹ ਵਾਲੇ ਫੈਕਟ ਸਮਝ ਲੱਗ ਗਏ ਦੈਨ ਵੀਡੀਓ ਨੂੰ ਹੁਣੇ ਚੱਲਦੇ ਦੌਰਾਨ ਹੀ ਲਾਈਕ ਕਰੋ ਔਰ ਨਾਲ ਹੀ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰ ਦਿਓ। ਦੇਖੋ ਬੱਚੇ, ਔਨਲਾਈਨ ਟ੍ਰੇਡਿੰਗ ਦੇ ਵਿੱਚ ਇਹ ਕੀ ਹੁੰਦਾ, ਹੁਣ ਕੰਪਨੀ ਦੇ ਵਿੱਚ ਹੁੰਦਾ ਹਿੱਸਾ, ਮਤਲਬ ਕਿ ਕੋਈ ਏ ਕੰਪਨੀ ਆ, ਉਹ 4 ਬੰਦਿਆਂ ਨੇ ਮਿਲ ਕੇ ਖੋਲ੍ਹੀ ਆ, ਅਤੇ ਉਹਨਾਂ ਦੇ ਵਿੱਚ ਮਤਲਬ ਕਿ ਸਾਰਿਆਂ ਨੇ ਬਰਾਬਰ ਪੈਸੇ ਲਾਏ ਆ, ਤਾਂ ਸਾਰਿਆਂ ਦੇ ਸ਼ੇਅਰ ਕਿੰਨੇ ਪਰਸੈਂਟ ਆ, 25% ਸਭ ਦਾ ਸ਼ੇਅਰ ਆ, ਉਹਨੂੰ ਕਹਿੰਦੇ ਆ। ਤਾਂ ਜਿੱਥੇ ਸ਼ੇਅਰ ਹੁੰਦੇ ਆ ਜਿਹੜੇ ਕੰਪਨੀਆਂ ਦੇ, ਉਹ ਖਰੀਦੇ ਅਤੇ ਵੇਚੇ ਜਾਂਦੇ ਆ, ਠੀਕ ਆ, ਉਹਨੂੰ ਕਹਿੰਦੇ ਔਨਲਾਈਨ ਟ੍ਰੇਡਿੰਗ ਹੋਣੀ। ਕਿਸੇ ਵੀ ਕੰਪਨੀ ਦੇ ਜੋ ਸ਼ੇਅਰ ਅਸੀਂ ਔਨਲਾਈਨ ਵੇਚਦੇ ਹਾਂ ਉਹਨੂੰ ਕਹਿੰਦੇ ਆ ਔਨਲਾਈਨ ਟ੍ਰੇਡਿੰਗ। ਅਤੇ ਹੁੰਦੀ ਕਿੱਥੇ ਆ, ਇਹਨਾਂ ਦੇ ਲਈ ਬਣਦੇ ਨੇ ਫਿਰ ਸਟਾਕ ਐਕਸਚੇਂਜ। ਹੁਣ ਸਟਾਕ ਐਕਸਚੇਂਜ ਦੇ ਵਿੱਚ ਕੀ ਹੁੰਦਾ, ਅਤੇ ਸ਼ੇਅਰ ਖਰੀਦੇ ਵੇਚੇ ਜਾਂਦੇ ਆ। ਤਾਂ ਹੁਣ ਜੇ ਅਜੇ ਵੀ ਇੰਡੀਆ ਦੇ ਵਿੱਚ ਕਿੰਨੇ ਨੇ, 22 ਨੇ, ਪਰ ਮੇਨਲੀ ਕਿੰਨੇ ਨੇ, 2 ਨੇ। ਕਿਹੜੇ ਨੇ, BSE ਆ, ਇੱਕ NSE ਆ। ਇਹ ਆਪਾਂ ਉੱਤੇ ਕੰਟੈਂਟ ਦੇ ਵਿੱਚ ਤੁਹਾਨੂੰ ਦੱਸਿਆ ਸੀ, ਆਪਾਂ ਇਹਨਾਂ ਦੋਨਾਂ ਦੇ ਬਾਰੇ ਗੱਲ ਕਰਾਂਗੇ। ਹੁਣ ਇਹ ਨਿਊਜ਼ ਦੇ ਵਿੱਚ ਕਿਵੇਂ ਹੁੰਦੇ ਆ, ਜਿਹੜਾ ਬੰਬੇ ਸਟਾਕ ਐਕਸਚੇਂਜ ਆ ਬੱਚੇ, ਆਹ ਦੇਖੋ BSE ਵਾਲਾ ਕੀ ਆ, ਬੰਬੇ ਸਟਾਕ ਐਕਸਚੇਂਜ, ਆਹ ਵਾਲਾ ਗਾ ਜਿਹੜਾ ਇਹ ਨੈਸ਼ਨਲ ਸਟਾਕ ਐਕਸਚੇਂਜ, ਕਲੀਅਰ। ਤਾਂ ਇਹ 2 ਨੇ। ਹੁਣ ਜਿਹੜਾ ਤਾਂ ਬੰਬੇ ਸਟਾਕ ਐਕਸਚੇਂਜ ਆ ਬੱਚੇ, ਇਹ ਬਣਿਆ ਸੀਗਾ ਬ੍ਰਿਟਿਸ਼ ਦੇ ਸਮੇਂ। ਚਲੋ ਆਪਾਂ ਇੱਥੇ ਨੀਚੇ ਲਿਖ ਲੈਂਦੇ ਹਾਂ। ਜਿਹੜਾ BSE ਸੀ ਇਹ ਕਦੋਂ ਇਸਟੈਬਲਿਸ਼ ਹੋਇਆ ਸੀ, ਅੰਗਰੇਜ਼ਾਂ ਦੇ ਟਾਈਮ 'ਤੇ, ਫਿਰ ਵੀ ਕਦੋਂ, 1875। ਹੁਣ ਤੁਸੀਂ ਨੇ ਹਰਸ਼ਦ ਮਹਿਤਾ ਵਾਲੀ ਸਾਰਿਆਂ ਨੇ ਦੇਖੀ ਹੋਊਗੀ, ਠੀਕ ਆ। ਤਾਂ ਉਹਦੇ 'ਚ ਦਲਾਲ ਸਟਰੀਟ ਸਭ ਨੇ ਸੁਣਿਆ ਹੋਊ, ਦਲਾਲ ਸਟਰੀਟ ਮੁੰਬਈ, ਕਿੱਥੇ ਆ ਇਹ, ਦਲਾਲ ਸਟਰੀਟ ਮੁੰਬਈ ਦੇ ਵਿੱਚ ਇਹਦਾ ਹੈੱਡਕੁਆਟਰ, ਅਤੇ ਬਣੀ ਕਿੱਥੇ, 1875 ਦੇ ਵਿੱਚ ਬਣੀ ਸੀ। ਅਤੇ ਇਹ ਬੱਚੇ ਇੰਡੀਆ ਦੀ ਫਸਟ ਆ, ਇੰਡੀਆ ਦਾ ਇਹ ਫਸਟ ਆ, ਪਲੱਸ ਏਸ਼ੀਆ ਦਾ ਵੀ ਫਸਟ ਆ। ਇਹਦੇ ਬਾਰੇ 5 ਪੁਆਇੰਟ ਆ ਬੱਚੇ, ਅਗਰ ਤੁਹਾਨੂੰ ਬਣਦਾ ਇਹਦੇ ਵਿੱਚੋਂ ਕੁਐਸਚਨ ਆ ਗਿਆ, ਇੰਡੀਆ ਦਾ ਫਸਟ ਆ ਔਰ ਇਹਦਾ ਏਸ਼ੀਆ ਦਾ ਵੀ ਫਸਟ ਆ। ਤਾਂ ਹੁਣ ਦੇਖੋ ਬੱਚੇ, ਇੱਕ ਇਹਦੇ ਨਾਲ ਇੱਕ ਟਰਮ ਜੁੜਦੀ ਆ, ਉਹ ਕੀ ਆ, ਤੁਸੀਂ ਨਿਊਜ਼ਪੇਪਰ ਸਭ ਦੇਖਦੇ ਹੋ, ਇੱਕ ਟਰਮ ਹੁੰਦੀ ਹੈ ਸੈਂਸੈਕਸ। ਹੁਣ ਜਿਹੜਾ ਸੈਂਸੈਕਸ ਕੀ ਹੁੰਦਾ, ਉਹ ਬੱਚੇ ਦੇਖੋ ਜਿਹੜਾ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਟੌਪ ਦੀਆਂ 30 ਕੰਪਨੀਆਂ ਹੁੰਦੀਆਂ ਨੇ, ਠੀਕ ਆ। ਤਾਂ ਇਹਨਾਂ ਨੂੰ ਸਮਰਾਈਜ਼ ਕਰਕੇ ਇੱਕ ਵੈਲਿਊ ਬਣਦੀ ਆ, ਉਹਨੂੰ ਕਿਹਾ ਜਾਂਦਾ ਸੈਂਸੈਕਸ, ਯਾਨੀ ਕਿ ਸੈਂਸਿਟੀਵਿਟੀ ਇੰਡੈਕਸ, ਕਲੀਅਰ। ਕੀ ਕਹਿੰਦੇ ਇਹਨੂੰ, ਸੈਂਸਿਟੀਵਿਟੀ ਇੰਡੈਕਸ।
ਬੱਚਾ ਆਹ ਚੀਜ਼ ਕਲੀਅਰ ਆ। ਹੁਣ ਜੇ ਤੁਹਾਨੂੰ ਅੱਜ ਸੈਂਸੈਕਸ ਕੀ ਹੁੰਦਾ, ਉਹ ਹੁੰਦਾ ਵੀ ਬੰਬੇ ਸਟਾਕ ਐਕਸਚੇਂਜ ਦੇ ਵਿੱਚ ਜਿਹੜੀਆਂ ਟੌਪ 30 ਕੰਪਨੀਆਂ ਨੇ ਉਹਨਾਂ ਨੂੰ ਜਦੋਂ ਸਮਰਾਈਜ਼ ਕੀਤਾ ਜਾਂਦਾ ਟੋਟਲ, ਤਾਂ ਫਿਰ ਉਦੋਂ ਬਣਦਾ ਸੈਂਸੈਕਸ। ਤਾਂ ਜਿਹੜੀਆਂ ਟੌਪ 30 ਕੰਪਨੀਆਂ ਹੁੰਦੀਆਂ ਨੇ ਬੱਚੇ, ਇਹਨਾਂ ਨੂੰ ਇੱਕ ਹੋਰ ਨਾਮ ਨਾਲ ਜਾਣਿਆ ਜਾਂਦਾ। ਮੈਂ ਤੁਹਾਨੂੰ ਇੱਥੇ ਲਿਖਦਾ, ਤੁਸੀਂ ਇਹਨਾਂ ਦੇ ਵਿੱਚੋਂ ਕਮੈਂਟ ਕਰਕੇ ਦੱਸਣਾ। ਬਰਾਊਨ ਚਿਪ, ਬਲੈਕ ਚਿਪ, ਵਾਈਟ ਚਿਪ ਔਰ ਬਲੂ ਚਿਪ। ਤਾਂ ਹੁਣ ਇਹ ਜਿਹੜੀਆਂ ਕੰਪਨੀਆਂ ਨੇ ਇਹਨਾਂ ਨੂੰ ਕੀ ਨਾਮ ਨਾਲ ਹੋਰ ਵੀ ਜਾਣਿਆ ਜਾਂਦਾ। ਤਾਂ ਬੰਬੇ ਸਟਾਕ ਐਕਸਚੇਂਜ ਵੱਲੇ ਕਲੀਅਰ ਆ। ਹੁਣ ਆਪਾਂ ਗੱਲ ਕਰਦੇ ਹਾਂ NSE, ਯਾਨੀ ਕਿ ਨੈਸ਼ਨਲ ਸਟਾਕ ਐਕਸਚੇਂਜ। ਤਾਂ ਇਹ ਕਦੋਂ ਬਣਿਆ? ਇਹ ਆਜ਼ਾਦੀ ਤੋਂ ਬਾਅਦ ਹੀ ਬਣਿਆ, 1992 ਦੇ ਵਿੱਚ ਬਣਿਆ ਸੀ। ਇਹਦਾ ਵੀ ਹੈੱਡਕੁਆਟਰ ਉੱਥੇ ਆ, ਮੁੰਬਈ ਦੇ ਵਿੱਚ, ਠੀਕ ਆ। ਔਰ ਇਹਦੇ 'ਚ ਬੱਚੇ ਜਿਹੜੇ ਉਹਦੇ 'ਚ ਟੌਪ 30 ਕੰਪਨੀਆਂ ਦਾ ਬਣਦਾ, ਇਹਦੇ 'ਚ ਟੌਪ 50 ਕੰਪਨੀਆਂ ਦਾ ਬਣਦਾ। ਉਹਦੇ 'ਚ ਮਤਲਬ ਵੱਡੀਆਂ ਵੱਡੀਆਂ ਕੰਪਨੀਆਂ ਜਿਹੜੀਆਂ ਰਜਿਸਟਰ ਹੋਈਆਂ ਹੁੰਦੀਆਂ, ਤਾਂ ਟੌਪ 50 ਕੰਪਨੀਆਂ ਬਣਦੀਆਂ। ਤਾਂ ਇਹਦੇ 'ਚ ਬਣਦੀ ਆ ਨਿਫਟੀ, ਬਸ ਇੰਨਾ ਕੁ ਕੁਛ ਕਰਨਾ। ਤਾਂ ਹੁਣ ਨਿਫਟੀ ਪਤਾ ਲੱਗ ਗਿਆ। ਨਿਫਟੀ ਕਾਹਦੀ ਬਣਦੀ ਆ? ਦੇਖੋ N 'ਤੇ ਨਿਫਟੀ, N 'ਤੇ ਨੈਸ਼ਨਲ, ਮਤਲਬ N ਵਾਲੇ ਤੋਂ NA ਲਈ ਬਣਦੀ ਆ। NSE ਤੋਂ ਨਿਫਟੀ ਬਣੂਗੀ, ਬਸ ਯਾਦ ਰੱਖ ਲਿਓ ਉਹਨੂੰ ਤੁਸੀਂ, ਠੀਕ ਆ। ਤਾਂ ਦੋਨਾਂ ਦੇ ਵਿੱਚ ਕੰਪਨੀਆਂ ਬਹੁਤ ਜ਼ਿਆਦਾ ਨੇ, ਤਕਰੀਬਨ 5000 ਦੋਨਾਂ ਦੇ ਵਿੱਚ ਕ੍ਰੋਸ ਕਰਦੀਆਂ ਨੇ ਕੰਪਨੀਆਂ। ਇੰਨੀਆਂ ਕੰਪਨੀਆਂ ਰਜਿਸਟਰ ਹੋਈਆਂ ਵੀਆਂ ਨੇ ਇਹਦੇ ਵਿੱਚ। ਆਹ ਗੱਲ ਤੁਹਾਨੂੰ ਕਲੀਅਰ ਆ। ਬਾਕੀ ਦੇਖੋ ਹੁਣ ਆਪਾਂ ਜੇ ਗੱਲ ਕਰੀਏ ਥੋੜ੍ਹੀ ਜਿਹੀ GK ਦੇ ਪੁਆਇੰਟ ਆਫ ਵਿਊ ਤੋਂ, ਦੇਖੋ ਬੱਚੇ ਤੁਸੀਂ ਦੱਸਣਾ ਯੂਰੋ ਨੈਕਸਟ ਆ। ਅਤੇ ਇਹ ਵਾਲਾ ਸੀਗਾ ਜਿਹੜਾ ਸਟਾਕ ਐਕਸਚੇਂਜ, ਇਹ ਕਿੱਥੋਂ ਦਾ ਗਾ, ਔਰ ਇਹ ਦੇ ਬਾਰੇ ਇੱਕ ਫੈਕਟ ਆ ਜਿਹੜਾ ਬੱਚੇ ਇਹ ਤੁਸੀਂ ਦੱਸਣਾ ਕਮੈਂਟ ਕਰਕੇ, ਠੀਕ ਆ। ਇੱਕ ਇਹਦੇ ਬਾਰੇ ਵੀ ਦੱਸਣਾ, ਔਰ ਇੱਕ ਤੁਸੀਂ ਦੱਸਣਾ ਵਰਲਡ ਦਾ ਸਭ ਤੋਂ ਲਾਰਜੈਸਟ ਹੋਵੇ, ਠੀਕ ਆ। ਵਰਲਡ ਦਾ ਸਭ ਤੋਂ ਲਾਰਜੈਸਟ ਹੋਵੇ, ਤਾਂ ਉਹ ਵਾਲਾ ਤੁਸੀਂ ਕਮੈਂਟ ਕਰਕੇ ਦੱਸਣਾਗਾ। ਬੱਚੇ ਇਹਦੇ ਬਾਰੇ ਕੁਐਸਚਨ ਆਏ ਹੋਏ ਸੀ, ਮੈਂ ਤੁਹਾਨੂੰ ਤਾਂ ਕਰਕੇ ਇਹ ਵਾਲਾ ਟੌਪਿਕ ਆ ਜਿਹੜਾ ਇੱਥੇ ਕਵਰ ਕਰਵਾ ਰਿਹਾ, ਠੀਕ ਆ। ਹੁਣ ਇਸ ਤੋਂ ਬਾਅਦ ਦੇਖੋ ਬੱਚੇ ਆਪਾਂ ਗੱਲ ਕਰਨੀ ਆ ਸੇਬੀ ਬਾਰੇ। ਹੁਣ ਸੇਬੀ ਕੀ ਆ? ਸਭ ਨੇ ਤੁਸੀਂ ਲੱਡੂ ਬੰਬ ਚਲਾਇਆ, ਤਾਂ ਲੱਡੂ ਬੰਬ ਦੇ ਵਿੱਚ ਜਦੋਂ ਫਟ ਜਾਂਦਾ ਫਿਰ ਇਸ ਤੋਂ ਬਾਅਦ ਉਹਦੇ 'ਚ ਸੇਬਾ ਨਿਕਲਦਾ, ਤਾਂ ਉਹ ਵਾਲਾ ਸੇਬੀ ਨਹੀਂ ਹੈਗੀ ਇਹ। ਚਲੋ ਆਪਣਾ ਟੌਪਿਕ ਅਗਲਾ ਸੇਬੀ। ਬੱਚੇ ਦੇਖੋ ਕਈ ਵਾਰ ਤੁਹਾਡੀ ਕਿਸਮਤ ਚੰਗੀ ਆ ਜੇ ਤਾਂ ਤੁਹਾਨੂੰ ਇਹਦੀ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਆ, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਮੈਂ ਹੁਣ ਫੁੱਲ ਫਾਰਮ ਨਹੀਂ ਲਿਖਦਾ ਬੱਚੇ, ਬਸ ਦੁਬਾਰਾ ਬੋਲ ਦੇਣਾ। ਸਿਕਿਉਰਿਟੀਜ਼ ਐਂਡ ਮਤਲਬ ਪਹਿਲੇ ਇਸ ਦੇ ਸਿਕਿਉਰਿਟੀ, ਈ ਤੇ ਐਕਸਚੇਂਜ, ਬੀ ਤੇ ਬੋਰਡ ਆਫ ਇੰਡੀਆ, ਠੀਕ ਆ। ਤਾਂ ਜਿਹੜਾ ਇਹਦਾ ਸੇਬੀ ਸੀ, ਸੇਬੀ ਦਾ ਐਕਟ ਕਿੰਨੇ ਦਾ? 1992 ਦਾ। ਹੁਣ ਇਹਦੇ 'ਚ ਥੋੜ੍ਹਾ ਜਿਹਾ ਝੋਲ ਆ ਬੱਚੇ, ਉਹ ਕੀ ਆ? ਇਹਦੀ ਜਿਹੜੀ ਫਾਰਮੇਸ਼ਨ ਆ ਨਾ, ਫਾਰਮੇਸ਼ਨ ਇਹਦੀ 1988 ਦੇ ਵਿੱਚ ਹੋਈ ਆ, ਬਟ ਐਕਟ ਆਇਆ ਸੀ ਬਾਅਦ ਦੇ ਵਿੱਚ 4-5 ਸਾਲ, ਠੀਕ ਆ। ਤਾਂ ਐਕਟ ਕਦੋਂ ਹੁੰਦਾ ਇਹਦਾ? 1992 ਦੇ ਵਿੱਚ ਆਇਆ ਸੀ, ਪਰ ਇਸਟੈਬਲਿਸ਼ਮੈਂਟ ਕਦੋਂ ਹੋ ਗਈ ਸੀ? 1988 ਦੇ ਵਿੱਚ ਹੋ ਗਈ ਸੀ। ਇਨਵੈਸਟਰ ਨੂੰ ਪ੍ਰੋਟੈਕਟ ਕਰਨ ਦੇ ਲਈ ਇਹ ਬੜੀ ਬਣਾਈ ਗਈ ਸੀਗੀ, ਠੀਕ ਆ। ਤਾਂ ਇਹਦੇ 'ਚ ਕੀ ਹੁੰਦਾ ਸੀ, ਕੋਈ ਵੀ ਕੰਪਨੀ ਇਸ਼ੂ ਸ਼ੇਅਰ ਉਦੋਂ ਕਰ ਸਕਦੀ ਹੈ ਜਦੋਂ ਉਹਨੂੰ 90% ਐਪਲੀਕੇਸ਼ਨ ਦਾ ਸ਼ੇਅਰ ਹੋਲਡਰ ਆ ਜਿਹੜਾ, ਮਤਲਬ ਕਿ ਉਹਦੀਆਂ ਐਪਲੀਕੇਸ਼ਨ ਪ੍ਰਾਪਤ ਹੋ ਸਕਣ ਵੀ, ਹਾਂ ਮਤਲਬ ਕਿ ਉਦੋਂ ਬਾਅਦ ਉਹ ਜਿਹੜੇ ਸ਼ੇਅਰ ਨੇ ਉਹ ਵੇਚਣੇ ਸਟਾਰਟ ਕਰ ਸਕਦੀ ਆ, ਠੀਕ ਆ। ਤਾਂ ਇਹ ਸੀ ਇੱਕ ਇਹਦੇ ਬਾਰੇ ਇੰਪੋਰਟੈਂਟ ਫੈਕਟ ਬੱਚੇ। ਜੇ ਤੁਹਾਨੂੰ 1992 ਦੇ ਵਿੱਚ ਵੀ ਆਉਂਦਾ, ਤਾਂ 12 ਅਪ੍ਰੈਲ ਸੀਗਾ ਜਦੋਂ ਇਹ ਪ੍ਰੋਪਰ ਮਤਲਬ ਇਹਦਾ ਐਕਟ ਸੀਗਾ ਜਿਹੜਾ ਆਇਆ ਸੀਗਾ, ਠੀਕ ਆ। ਤਾਂ ਇੱਕ ਤਾਂ ਇਹ ਪੁਆਇੰਟ ਸੀ। ਬਾਕੀ ਇਹਦੇ ਸੇਬੀ ਬਾਰੇ ਗੱਲ ਕਰੀਏ, 4 ਇਹਦੇ ਰੀਜਨਲ ਆਫਿਸ ਨੇ। ਦੇਖੋ ਇੱਕ ਹੈਗਾ ਨਵੀਂ ਦਿੱਲੀ ਐਂਡ ਕੋਲਕਾਤਾ, ਦੈਨ ਚੇਨਈ ਐਂਡ ਅਹਿਮਦਾਬਾਦ। ਆਹ ਜਗ੍ਹਾ ਦੇ ਉੱਤੇ ਕੀ ਨੇ? ਸੇਬੀ ਦੇ 4 ਮਤਲਬ ਕਿ ਜਿਹੜੇ ਰੀਜਨਲ ਹੈੱਡਕੁਆਟਰ ਨੇ। ਬੱਚੇ ਦੇਖੋ ਹੁਣ ਇਹਦੇ 'ਚ ਆਪਾਂ ਗੱਲ ਕਰੀਏ ਵੀ ਇਹਦੀ ਜਿਹੜੀ ਅਪੋਇੰਟਮੈਂਟ ਹੁੰਦੀ ਆ, ਸੇਬੀ ਦੀ ਅਪੋਇੰਟਮੈਂਟ ਜਿਹੜਾ ਇਹਦੇ 'ਚ ਬੈਠਦੇ ਆ ਚੇਅਰਮੈਨ ਵਗੈਰਾ, ਦੇਖੋ ਇਹ ਕਿਹੜੇ ਦੇ ਅਧੀਨ ਆਉਂਦਾ? ਮਿਨਿਸਟਰੀ ਆਫ ਫਾਈਨਾਂਸ ਦੇ ਅਧੀਨ ਆਉਂਦਾ। ਅਤੇ ਚੇਅਰਮੈਨ ਅਪੋਇੰਟ ਕੀਤੇ ਜਾਂਦਾ। ਚੇਅਰਮੈਨ ਅਪੋਇੰਟ ਕਿਹਦੇ ਦੁਆਰਾ ਕੀਤਾ ਜਾਂਦਾ? ਬਾਏ ਸੈਂਟਰਲ ਗਵਰਨਮੈਂਟ, ਭਾਵ ਕੀ ਆ? ਕੇਂਦਰ ਸਰਕਾਰ ਦੇ ਦੁਆਰਾ ਇਹਦੇ ਜਿਹੜੇ ਚੇਅਰਪਰਸਨ ਨੇ ਉਹ ਅਪੋਇੰਟ ਕੀਤੇ ਜਾਂਦੇ ਆ। ਬਾਕੀ ਇਹਦੇ 'ਚ ਕੰਪੋਜੀਸ਼ਨ ਦੀ ਗੱਲ ਕਰੀਏ, 2 ਮੈਂਬਰ ਹੁੰਦੇ ਨੇ ਇਹਦੇ 'ਚ ਵਿੱਤ ਮੰਤਰਾਲੇ ਤੋਂ, 2 ਮੈਂਬਰ ਹੁੰਦੇ ਆ ਵਿੱਤ ਮੰਤਰਾਲੇ ਤੋਂ, 1 ਮੈਂਬਰ ਹੁੰਦਾ RBI 'ਚੋਂ, ਔਰ 5 ਮੈਂਬਰ ਹੁੰਦੇ ਆ ਕੇਂਦਰ ਸਰਕਾਰ ਦੇ, ਠੀਕ ਆ। ਅਤੇ 3 ਇਹਦੇ 'ਚ ਹੁੰਦੇ ਨੇ ਫੁੱਲ ਟਾਈਮ, ਅਤੇ ਬਾਕੀ ਹੁੰਦੇ 2 ਪਾਰਟ ਟਾਈਮ ਹੁੰਦੇ ਆ, ਠੀਕ ਆ। ਬਾਕੀ ਬੱਚੇ ਜਿਹੜਾ ਅਜੇ ਤਿਆਗੀ ਸੀ, ਅਜੇ ਤਿਆਗੀ ਦਾ ਸਮਾਂ ਵਧਾਇਆ ਗਿਆ ਸੀ ਪਹਿਲਾਂ। ਅਜੇ ਤਿਆਗੀ ਕੀ ਸੀਗੇ? ਇਹਦੇ ਸੀਗੇ ਚੇਅਰਮੈਨ, ਪਰ ਇਹਨਾਂ ਦਾ ਟਾਈਮ ਪੀਰੀਅਡ ਫਰਵਰੀ 2022 ਤੱਕ ਸੀਗਾ। ਅਤੇ ਹੁਣ ਤੁਸੀਂ ਬੱਚੇ ਕਮੈਂਟ ਕਰਕੇ ਦੱਸਣਾ ਵੀ ਜਿਹੜੇ ਸੇਬੀ ਦੇ ਹੁਣ ਕਰੰਟਲੀ
ਚੇਅਰਮੈਨ ਨੇ ਨਾ ਉਹ ਕੀ ਨੇ, ਫਸਟ ਵੂਮਨ ਨੇ, ਕੋਈ ਵੂਮਨ ਬਣੀ ਆ। ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਬੱਚੇ, ਤੁਹਾਡਾ ਥੋੜ੍ਹਾ ਜਿਹਾ ਦਿਮਾਗ ਕੰਮ ਕਰੂਗਾ, ਹੋਰ ਨਾਲ ਆਈ ਥਿੰਕ ਤੁਹਾਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲ ਸਕਦਾ ਇਹਦੇ 'ਚੋਂ। ਤਾਂ ਤੁਸੀਂ ਇਹ ਜ਼ਰੂਰ ਦੱਸਣਾ। ਅਤੇ ਵੀ ਹੁਣ ਜਿਹੜੇ ਇਹਦੇ ਯਾਦ ਕਰਕੇ ਜਾਣਾ, ਸੇਵੀ ਦੇ ਕਰੰਟ ਨੇ ਜਿਹੜੇ, ਉਹ ਕੌਣ ਇਹਦੇ ਚੇਅਰਮੈਨ ਨੇ, ਅਤੇ ਉਹਨਾਂ ਦੀ ਅਪੋਇੰਟਮੈਂਟ ਹੁਣ ਨਿਊਜ਼ ਦੇ ਵਿੱਚ ਹੀ ਰਹੀ ਸੀਗੀ। ਸੋ ਆਪਾਂ ਕਰ ਰਹੇ ਹਾਂ 2022 ਦੀ ਗੱਲ ਆ, ਕਰੰਟ ਦੇ ਵਿੱਚੋਂ ਵੀ ਆ ਗਿਆ ਤੁਹਾਨੂੰ, ਔਰ ਜਿੰਨੇ ਦੇ ਫੈਕਚੁਅਲ ਡੇਟਾ ਸੀ ਬੱਚੇ ਉਹ ਵੀ ਮੈਂ ਤੁਹਾਨੂੰ ਕਰਵਾਤਾ। ਰਹੀ ਗੱਲ, ਇਹ ਹੁਣ ਸਟੈਚੂਰੀ ਬਾਡੀ ਆ। ਸਟੈਚੂਰੀ ਬਾਡੀ ਕਿਹੜੀ ਹੁੰਦੀ ਆ, ਠੀਕ ਆ, ਸਟੈਚੂਰੀ ਬਾਡੀ ਹੁੰਦੀ ਹੈ ਜਿਹੜੀ ਕਿਸੇ ਐਕਟ ਦੇ ਥਰੂ ਬਣਦੀ ਹੈ। ਤਾਂ ਇਹਦਾ ਐਕਟ ਕਿੰਨੇ ਦਾ, 1992 ਦਾ। ਅਤੇ ਹੈੱਡਕੁਆਟਰ ਆਪਾਂ ਲਿਖਿਆ ਨਹੀਂ, ਲਿਖਿਆ, ਲਿਖ ਦਿੰਦੇ ਹਾਂ। ਹੈੱਡਕੁਆਟਰ ਇਹਦਾ ਵੀ ਕਿੱਥੇ ਆ, ਮੁੰਬਈ ਦੇ ਵਿੱਚ। ਮੁੰਬਈ ਦੇ ਵਿੱਚ ਬਹੁਤ ਚੀਜ਼ਾਂ ਦੇ ਹੈੱਡਕੁਆਟਰ ਨੇ, ਅਤੇ ਮੁੰਬਈ ਮਹਾਰਾਸ਼ਟਰਾ। ਡਨ। ਤਾਂ ਸੇਬੀ ਦੇ ਵਿੱਚੋਂ ਹੁਣ ਆਈ ਥਿੰਕ ਤੁਹਾਨੂੰ ਕੋਈ ਕੁਐਸਚਨ ਆ ਜਾਏ ਬੱਚੇ, ਤੁਸੀਂ ਮਤਲਬ ਕਿ ਇਹਦੇ 'ਚ ਕਨਫਿਊਜ਼ ਨਹੀਂ ਹੋਵੋਗੇ। ਬਾਕੀ 2013-14 ਦੇ ਵਿੱਚ ਇਹਨੇ ਬੱਚੇ ਲੋਕਲ ਲੈਵਲ 'ਤੇ ਦਫ਼ਤਰ ਵੀ ਖੋਲ੍ਹੇ ਸੀਗੇ। ਉਹਨਾਂ ਦੇ ਵਿੱਚ ਹੀ ਆਪਣੇ ਚੰਡੀਗੜ੍ਹ ਦੇ ਵਿੱਚ ਵੀ ਇੱਕ ਦਫ਼ਤਰ ਇਹਨਾਂ ਨੇ ਖੋਲ੍ਹਿਆ ਸੀਗਾ। ਹੋਰ ਕਿਤੇ ਜੈਪੁਰ, ਬੰਗਲੌਰ, ਗੁਹਾਟੀ, ਪਟਨਾ, ਕੋਚੀ, ਅਤੇ ਆਪਾਂ ਚੰਡੀਗੜ੍ਹ ਦੇਖਣਾ ਵੀ, ਮਤਲਬ ਕਿ 13-14 ਦੇ ਵਿੱਚ ਚੰਡੀਗੜ੍ਹ ਆਪਣੇ ਰਿਲੇਟ ਕਰਦਾ ਪੰਜਾਬ ਦੇ ਨਾਲ। ਸੋ ਆਪਾਂ ਨੂੰ ਇਹਦੇ 'ਚ ਇਹ ਚੀਜ਼ ਆ ਸਕਦੀ ਆ। ਇੰਨਾ ਕੁ ਤੁਹਾਨੂੰ ਕਲੀਅਰ ਹੋ ਗਿਆ। ਇਸ ਤੋਂ ਬਾਅਦ ਦੇਖੋ ਬੱਚੇ, IPO ਆਪਾਂ ਅਗਲਾ ਟੌਪਿਕ ਆ ਹੁਣ ਇਹ IPO, ਯਾਨੀ ਕਿ ਇਨੀਸ਼ੀਅਲ ਪਬਲਿਕ ਆਫਰਿੰਗ। ਹੁਣ ਦੇਖੋ ਬੱਚੇ, ਇਹਦੇ 'ਚ ਥੋੜ੍ਹੀ ਜਿਹੀ ਕਨਫਿਊਜ਼ਨ ਹੁੰਦੀ ਆ, ਬਸ ਤੁਸੀਂ ਥੋੜ੍ਹਾ ਜਿਹਾ ਇਹਨੂੰ ਧਿਆਨ ਨਾਲ ਸੁਣੋਗੇ, ਦੈਨ ਤੁਹਾਡੀ ਕਨਫਿਊਜ਼ਨ ਇਹਦੇ 'ਚੋਂ ਦੂਰ ਹੋ ਜੂਗੀ। ਚਾਹੇ ਤਾਂ ਦੇਖੋ ਲਿਸਟਡ ਕੰਪਨੀ ਨਾ ਹੋਵੇ ਪਹਿਲਾਂ ਸਟਾਰਟਿੰਗ ਦੇ ਵਿੱਚ, ਇਹਦੇ ਲਈ ਕੀ ਹੁੰਦਾ, ਇਨੀਸ਼ੀਅਲ ਹੁੰਦਾ ਜਿਹੜਾ ਸਟਾਰਟਿੰਗ 'ਤੇ ਹੋਵੇ। ਇਨੀਸ਼ੀਅਲ ਪਬਲਿਕ ਆਫਰਿੰਗ ਮਤਲਬ ਕਿ ਲੋਕਾਂ ਦੇ ਲਈ ਸ਼ੇਅਰ ਨੇ ਜਿਹੜੇ ਤੁਸੀਂ ਜਾਰੀ ਕਰਨੇ ਆ, ਅਤੇ ਪਹਿਲਾਂ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਤੁਹਾਡੀ ਕੰਪਨੀ ਲਿਸਟਡ ਨਹੀਂ ਹੈਗੀ, ਜਾਣੀ ਕਿ BSE, NSE ਜਿਹੜੇ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ। ਇਨੀਸ਼ੀਅਲ ਦੇ ਵਿੱਚ ਕੀ ਹੋਣਾ ਚਾਹੀਦਾ, ਲਿਸਟਡ ਕੰਪਨੀ ਨਹੀਂ ਹੋਣੀ ਚਾਹੀਦੀ। ਕੰਪਨੀ ਚਾਹੇ ਪ੍ਰਾਈਵੇਟ ਹੋਵੇ, ਸਰਕਾਰੀ ਹੋਵੇ, ਕੋਈ ਚੱਕਰ ਨਹੀਂ, ਬਟ ਲਿਸਟਡ ਨਾ ਹੋਵੇ, ਠੀਕ ਆ। ਤਾਂ ਕੰਪਨੀ ਹੁੰਦੀ ਆ ਜਦੋਂ ਉਹ ਆਪਦੇ ਫਸਟ ਟਾਈਮ ਰਿਲੀਜ਼ ਸ਼ੇਅਰ ਕਰਦੀ ਆ, ਤਾਂ ਇਹਨੂੰ ਕਿ ਪ੍ਰਾਇਮਰੀ ਮਾਰਕੀਟ ਵੀ ਕਹਿ ਦਿੰਦੇ ਆ। ਤਾਂ ਇਹ ਵਾਲਾ ਸਿਸਟਮ ਹੁੰਦਾ ਇਨੀਸ਼ੀਅਲ ਪਬਲਿਕ ਆਫਰਿੰਗ, ਠੀਕ ਹੈ। ਫਿਰ ਇਸ ਤੋਂ ਬਾਅਦ ਜਦੋਂ ਇਹ ਇਸ਼ੂ ਕਰ ਦਿੰਦੀ ਆ, ਫਿਰ ਇਹ ਕੰਪਨੀ ਐਂਟਰ ਕਾਹਦੇ 'ਚ ਕਰ ਜਾਂਦੀ ਆ, ਇਹ ਇਹਦੇ 'ਚ ਕਰ ਜਾਂਦੀ ਆ ਆਪਣੇ ਕੀ ਇਹਨੂੰ ਸਟਾਕ ਮਾਰਕੀਟ ਦੇ ਵਿੱਚ, ਠੀਕ ਆ। ਇੱਕ ਮਿੰਟ ਬੱਚੇ, ਇਹਦਾ ਕਰੰਟ ਵਾਲਾ ਸੀਗਾ ਜਿਹੜਾ, ਤਾਂ ਉਹਦੇ ਨਾਲ ਇਹਦਾ ਆਇਆ ਸੀਗਾ ਇੱਕ ਕੰਸੈਪਟ ਜੁੜਿਆ ਸੀ IPO। ਇਹ ਤਾਂ ਹੁਣ ਮੈਂ ਤੁਹਾਨੂੰ ਦੱਸੂਗਾ ਜਿਹੜਾ ਪਹਿਲਾਂ ਇਹਦੇ ਬੱਚੇ ਸਟੈਟਿਕ ਜਾਂ ਫਿਰ ਫੈਕਟ ਨੇ। ਇਸ ਤੋਂ ਬਾਅਦ ਇੱਥੇ ਹੀ ਇਹਦਾ ਆਪਾਂ ਗੱਲ ਕਰਾਂਗੇ IPO ਗ੍ਰੇ ਮਾਰਕੀਟ, ਆ ਇਹਦਾ ਕਰੰਟ ਨਾਲ ਰਿਲੇਟ ਕਰਦਾ, ਠੀਕ ਆ। ਤਾਂ ਹੁਣ ਮੈਂ ਤੁਹਾਨੂੰ ਦੋਨੇ ਫੈਕਟ ਹੀ ਇਹਦੇ ਕਰਾਉਣਾ ਬੱਚੇ। ਤਾਂ ਜਦੋਂ ਕੰਪਨੀ ਮਤਲਬ ਕਿ ਆ ਕਰ ਦਿੰਦੀ ਆ, ਆਪਦੇ ਸ਼ੇਅਰ ਤਾਰ ਦਿੰਦੀ ਆ ਬਾਜ਼ਾਰ ਦੇ ਵਿੱਚ ਪਬਲਿਕ ਦੇ ਲਈ, ਦੈਨ ਉਹ ਕੰਪਨੀ ਆ ਜਾਂਦੀ ਹੈ ਸਟਾਕ ਐਕਸਚੇਂਜ ਦੇ ਵਿੱਚ, ਠੀਕ ਆ। ਤਾਂ ਇੱਥੇ ਇਨਵੈਸਟਰ ਖਰੀਦਣਗੇ ਅਤੇ ਵੇਚਣਗੇ। ਅਤੇ ਇਹਦੇ 'ਚ ਰੱਖਿਆ ਕੀ ਗਿਆ ਸੀ, 1992 ਤੋਂ ਬਾਅਦ ਜਦੋਂ ਆਪਣੇ LPG ਰਿਫੋਰਮ ਹੋਏ ਸੀਗੇ, ਠੀਕ ਆ। ਤਾਂ ਉਦੋਂ ਆਪਣੇ ਬੈਲੈਂਸ ਆਫ ਕ੍ਰਾਈਸਿਸ ਹੋਇਆ ਸੀ ਨਾ, ਤਾਂ ਬੈਲੈਂਸ ਆਫ ਪੇਮੈਂਟ ਦਾ ਕ੍ਰਾਈਸਿਸ ਆਇਆ ਸੀ, BOP। ਔਰ ਨਾਲ ਹੀ ਆਪਣੇ ਕੋਲੇ ਮਤਲਬ ਕਿ ਜਿਹੜਾ ਸੀਗਾ ਫੋਰਨ ਰਿਜ਼ਰਵ ਬਹੁਤ ਥੋੜ੍ਹਾ ਰਹਿ ਗਿਆ ਸੀਗਾ ਆਪਣੇ ਕੋਲ, ਤੇਲ ਵਗੈਰਾ ਖਰੀਦਣ ਦੇ ਲਈ, ਆਪਾਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਥੋੜ੍ਹਾ ਜਿਹਾ ਹੀ ਰਹਿ ਗਿਆ ਸੀ। ਸੋ ਇਸ ਤੋਂ ਬਾਅਦ ਸਾਨੂੰ IMF ਤੋਂ ਲੋਨ ਲੈਣਾ ਪਿਆ। ਦੈਨ ਉਦੋਂ ਫਿਰ ਉਹਨੇ ਕਾਫੀ ਰਿਫੋਰਮ ਕਰਨ ਦੇ ਲਈ ਗਿਆ, ਉਹਨੂੰ ਅਸੀਂ ਕਹਿੰਦੇ ਹਾਂ LPG ਮਾਡਲ, ਯਾਨੀ ਕਿ ਇਹ ਤਾਂ ਚਲੋ ਤੁਹਾਨੂੰ ਪਤਾ ਹੀ ਆ, ਮਤਲਬ ਪ੍ਰਾਈਵੇਟ ਕਰਤਾ ਸਾਰਾ ਕੁਛ, ਗਲੋਬਲਾਈਜ਼ ਕਰਤਾ ਸਾਰੀਆਂ ਚੀਜ਼ਾਂ। ਲਾਇਸੈਂਸ ਸੀਗਾ, ਪਰਮਿਟ ਖਤਮ ਕਰਤਾ। ਪਹਿਲਾਂ ਆਪਣੇ ਪਰਮਿਟ ਕੋਟਾ ਚੱਲਦਾ ਸੀ, ਲਾਇਸੈਂਸ ਵਾਲਾ ਸਿਸਟਮ ਸੀ, ਉਹਨੂੰ ਖਤਮ ਕਰਤਾ। ਤਾਂ ਬੱਚੇ ਇਹਦੇ 'ਚ ਤੁਹਾਨੂੰ ਕਲੀਅਰ ਆ ਇਹ ਵਾਲੀ ਚੀਜ਼, ਮਤਲਬ ਇਹਦੇ 'ਚ ਫੋਰਨਰ ਨੇ ਜਿਹੜੇ, ਉਹ ਵੀ ਫੋਰਨਰ ਮਤਲਬ ਵਿਦੇਸ਼ੀ ਨੇ, ਉਹ ਵੀ ਇਨਵੈਸਟ ਕਰ ਸਕਦੇ ਆ, ਠੀਕ ਆ। ਬਾਕੀ ਇਹਦੇ 'ਚ ਕੀ ਹੁੰਦਾ, ਫਿਕਸ ਪ੍ਰਾਈਸ ਆਫਰ, ਇੱਕ ਤਾਂ ਹੁੰਦਾ ਫਿਕਸ ਪ੍ਰਾਈਸ, ਦੂਸਰਾ ਹੁੰਦਾ ਬੁੱਕ ਬਿਲਡਿੰਗ ਆਫਰਿੰਗ। ਦੇਖੋ ਇਹਨਾਂ ਦੇ ਅੱਗੇ ਆਪਾਂ ਜਾਣਾ ਨਹੀਂ, ਟਾਈਪ ਦੇ ਵਿੱਚ ਇੰਨਾ ਯਾਦ ਰੱਖਿਓ ਵੀ ਇੱਕ ਤਾਂ ਹੁੰਦਾ ਫਿਕਸ ਪ੍ਰਾਈਸ ਆਫਰਿੰਗ ਹੁੰਦੀ ਆ, ਇੱਕ ਬੁੱਕ ਬਿਲਡਿੰਗ ਆਫਰਿੰਗ ਹੁੰਦੀ ਆ, ਬਸ ਦੋ ਧਿਆਨ 'ਚ ਰੱਖਿਓ। ਔਰ ਬੱਚੇ ਦੇਖੋ ਕੰਪਨੀ ਕਿਹੜੀ ਸੀਗੀ ਜਿਹਨੇ ਭਾਰਤ ਦੇ ਵਿੱਚ ਪਹਿਲੀ ਪ੍ਰਾਈਵੇਟ ਟ੍ਰੇਨ ਚਲਾਈ, ਉਹਦਾ ਟ੍ਰੇਨ ਦਾ ਨਾਮ ਸੀ ਤੇਜਸ। ਉਹਨੂੰ ਚਲਾਉਣ ਵਾਲੀ ਕੰਪਨੀ ਕਿਹੜੀ ਸੀ, IRCTC, ਯਾਨੀ ਕਿ ਇੰਡੀਅਨ ਰੇਲਵੇ। ਇਹਦੂ ਤੁਹਾਨੂੰ ਪਤਾ ਹੀ ਆ। ਤਾਂ ਕੰਪਨੀ 2019 ਦੇ ਵਿੱਚ ਪਹਿਲੀ ਵਾਰੀ ਸ਼ੇਅਰ ਸੀਗੇ ਜਿਹੜੇ ਨੇ ਜਾਰੀ ਕਰੇ ਸੀ। ਇਹਦਾ ਹੋ ਗਿਆ ਤੁਹਾਡਾ IPO ਦੇ ਬਾਰੇ ਜਾਣਕਾਰੀ। ਮਤਲਬ ਜਦੋਂ ਕੋਈ ਕੰਪਨੀ ਆਪਣੀ ਗਰੋਥ ਕਰਨ ਦੇ ਲਈ ਸ਼ੇਅਰ ਦਾ ਕੁਝ ਹਿੱਸਾ ਸਟਾਕ ਮਾਰਕੀਟ ਦੇ ਵਿੱਚ ਵੇਚਦੀ ਹੈ, ਤਾਂ ਇਹਨੂੰ ਕਹਿੰਦੇ ਆ ਇਨੀਸ਼ੀਅਲ ਪਬਲਿਕ ਆਫਰਿੰਗ ਕਹਿੰਦੇ ਆ। ਹੁਣ ਆ ਜਿਹੜਾ ਗ੍ਰੇ ਮਾਰਕੀਟ ਵਾਲਾ ਕੰਸੈਪਟ ਆ ਬੱਚੇ, ਪਹਿਲੀ ਗੱਲ ਇਹਦੇ ਬਾਰੇ ਫੈਕਟ ਦੇਖੋ, ਇਹ ਕੀ ਆ, ਇਹ ਅਨਓਫੀਸ਼ੀਅਲ ਆ। ਕੀ ਆ ਇਹ, ਅਨਓਫੀਸ਼ੀਅਲ ਹੁੰਦਾ ਗਾ ਸਟਾਕ ਮਾਰਕੀਟ ਤੋਂ ਪਹਿਲਾਂ। ਬੱਚੇ ਦੇਖੋ ਇਹਦੇ ਬਾਰੇ ਤੁਸੀਂ, ਮੈਂ ਤੁਹਾਨੂੰ ਫੈਕਟ ਨੂੰ ਹੀ ਬੋਲ ਦਿੰਦਾ, ਬਸ ਸੁਣ ਕੇ ਯਾਦ ਰੱਖ ਲਿਓ। ਸਟਾਕ ਮਾਰਕੀਟ ਤੋਂ ਪਹਿਲਾਂ ਅਵੇਲੇਬਲ ਹੋ ਜਾਂਦੀ ਹੈ ਚੀਜ਼, ਖਰੀਦਿਆ ਵੀ ਜਾ ਸਕਦਾ, ਵੇਚਿਆ ਵੀ ਜਾ ਸਕਦਾ। ਇਹਨੂੰ ਲੋਕ ਖਰੀਦਦੇ ਕਿਉਂ ਨੇ, ਉਹਨਾਂ ਨੂੰ ਲੱਗਦਾ ਵੀ ਅੱਗੇ ਹੋ ਸਕਦਾ ਇਹਦੀ ਵੈਲਿਊ ਵੱਧ ਜੇ, ਸੋ ਇਹਨੂੰ ਪਹਿਲਾਂ ਹੀ ਖਰੀਦ ਲੈਂਦੇ ਆ। ਇਹਨੂੰ ਕਹਿੰਦੇ IPO ਗ੍ਰੇ ਮਾਰਕੀਟ, ਮਤਲਬ ਕਿ ਸ਼ੇਅਰ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲਾਂ ਹਿੱਸਾ ਇਹਦਾ ਇੱਧਰ ਉੱਧਰ ਕਰਕੇ ਖਰੀਦਿਆ ਵੇਚਿਆ ਜਾ ਸਕਦਾ। ਇਹਨੂੰ ਕਹਿੰਦੇ IPO ਗ੍ਰੇ ਮਾਰਕੀਟ। ਕਲੀਅਰ, IPO ਐਂਡ IPO ਗ੍ਰੇ ਮਾਰਕੀਟ। ਆਈ ਥਿੰਕ ਤੁਹਾਨੂੰ ਦੋਨੇ ਚੀਜ਼ਾਂ ਕਲੀਅਰ ਹੋਣਗੀਆਂ। ਇਸ ਤੋਂ ਬਾਅਦ ਅਗਲਾ ਕਰਦੇ ਆਪਾਂ ਐਗਜ਼ਿਮ
ਬੈਂਕ। ਦੇਖੋ ਬੱਚੇ, ਹੁਣ ਇਹਦੇ ਬਾਰੇ ਤਾਂ ਕੋਈ ਐਡਾ ਪੜ੍ਹਨ ਵਾਲਾ ਮਸਲਾ ਹੈ ਨਹੀਂ, ਬਸ ਇਹਦੇ ਬਾਰੇ ਤਾਂ ਤੁਹਾਨੂੰ 2-4 ਗੱਲਾਂ ਪਤਾ ਹੋਣਾ ਚਾਹੀਦੀਆਂ। ਇੱਕ ਤਾਂ ਵੀ ਇਹ ਫੁੱਲੀ ਗਵਰਨਮੈਂਟ ਆਫ ਇੰਡੀਆ ਦੀ ਇੰਟਾਇਟੀ ਆ, ਮਤਲਬ ਪੂਰੀ ਇਹਦੇ ਕੰਟਰੋਲ 'ਚ ਹੀ ਆ। ਅਤੇ ਦੂਸਰਾ, ਇਹ ਬਣੀ ਕਿਹੜੇ ਐਕਟ ਦੇ ਥਰੂ ਆ ਮਤਲਬ ਇਹਦਾ ਐਕਸਪੋਰਟ ਆ, ਇਹਦਾ ਐਕਸਪੋਰਟ ਇੰਪੋਰਟ ਲਈ ਆ ਇਹ, ਐਕਸਪੋਰਟ ਇੰਪੋਰਟ ਬੈਂਕ ਆਫ ਇੰਡੀਆ ਐਕਟ 1981 ਇਹਦੇ ਤਹਿਤ ਇਹ ਬਣੀ ਸੀ। ਬਣੀ ਕਿੰਨੇ ਦੇ ਵਿੱਚ ਸੀ? 1982, ਜਾਣੀ ਕਿ ਉਹ ਤੋਂ 1 ਸਾਲ ਬਾਅਦ ਦੇ ਵਿੱਚ ਇਹ ਬਣ ਗਈ ਸੀ। ਅਤੇ ਜੇ ਇਹਦੇ ਆਪਾਂ ਗੱਲ ਕਰੀਏ ਹੈੱਡਕੁਆਟਰ ਦੀ, ਇਹਦਾ ਹੈੱਡਕੁਆਟਰ ਕਿੱਥੇ ਆ? ਨਿਊ ਦਿੱਲੀ ਦੇ ਵਿੱਚ ਆ। ਕਲੀਅਰ? ਅੱਛਾ, ਇੱਕ ਇਹਦੇ ਨਾਲ ਹੀ ਆਇਆ ਸੀ ਨੈਗੇਟਿਵ ਯੀਲਡ ਬੌਂਡ। ਠੀਕ ਆ, ਨੈਗੇਟਿਵ ਯੀਲਡ ਬੌਂਡ ਕਿਹੜਾ ਹੁੰਦਾ? ਇਸ਼ੂ ਕਰਦੀ ਹੈ ਕੇਂਦਰ ਬੈਂਕ ਕਰ ਦਿੰਦੀ ਆ, ਜਾਂ ਤਾਂ RBI ਜਿਵੇਂ ਆ, ਜਾਂ ਕੋਈ ਸਰਕਾਰ ਕਰ ਦਿੰਦੀ ਆ। ਠੀਕ ਆ, ਸਰਕਾਰ ਕੋਈ ਵੀ ਹੈ, ਇਨਵੈਸਟਰ ਪੇ ਕਰਦੇ ਨੇ ਇਹਦੇ 'ਚ। ਇਨਵੈਸਟਰ ਹੁੰਦੇ ਜਿਹੜੇ ਉਹ ਪੇ ਕਰਦੇ ਆ ਬੋਰੋ ਕਰਨ ਵਾਲੇ ਨੂੰ ਮਨੀ ਰੱਖਣ ਲਈ। ਠੀਕ ਆ, ਬਸ ਆਹ ਚੀਜ਼ ਇਹਦੇ 'ਚੋਂ ਯਾਦ ਰੱਖਣੀ ਸੀ ਤੁਸੀਂ। ਹੁਣ ਦੇਖੋ IPO ਗ੍ਰੇ ਮਾਰਕੀਟ ਆਪਣੀ ਹੋ ਗਈ, ਐਗਜ਼ਮ ਬੈਂਕ ਵੀ ਹੋ ਗਿਆ ਆਪਣਾ ਬੱਚੇ, ਆਪਣਾ ਸੇਬੀ ਦੇ ਬਾਰੇ ਵੀ ਆਪਾਂ ਗੱਲ ਕਰ ਚੁੱਕੇ ਹਾਂ। ਇਸ ਤੋਂ ਬਾਅਦ ਆਪਾਂ ਕਿਹਾ ਸੀ ਵੀ ਇੱਕ ਆਪਾਂ ਕਮੇਟੀ ਦੀ ਗੱਲ ਕਰਨੀ ਆ। ਕਮੇਟੀ ਬੜੀ ਇੰਪੋਰਟੈਂਟ ਆ, M ਨਰਸਿਮਨ ਕਮੇਟੀ। ਇਹਦੇ ਬਾਰੇ ਆਪਾਂ ਜ਼ਿਆਦਾ ਇਫੈਕਟ ਨਹੀਂ ਕਰਨੇ, ਤੁਹਾਨੂੰ ਇਹ ਮੈਚ ਵਗੈਰਾ 'ਚ ਆ ਸਕਦਾ ਗਾ ਵੀ ਇਹਦੇ 'ਚੋਂ ਕੀ ਆ। ਬਾਕੀ ਦੇਖੋ ਜਿਹੜਾ ਬੈਂਕਾਂ ਦਾ ਹੋਇਆ ਸੀ ਮਰਜਰ, ਉਹ ਵੀ ਇਹ ਕਮੇਟੀ ਨੇ ਹੀ ਰਿਕਮੈਂਡ ਕੀਤਾ ਹੋਇਆ ਵੀ ਮਤਲਬ ਕਿ ਤੁਸੀਂ ਬੈਂਕਾਂ ਦਾ ਜਿਹੜਾ ਮਰਜਰ ਆ ਉਹ ਕਰ ਦਿਓ। ਉਹ ਕਿਹੜੀ ਕਮੇਟੀ ਨੇ ਕੀਤਾ ਹੋਇਆ? M ਨਰਸਿਮਨ ਕਮੇਟੀ ਇਹਨੇ ਕੀਤਾ। ਅਤੇ ਇਹਨੇ ਆਪਦੀ ਜਿਹੜੀ ਪਹਿਲੀ ਰਿਪੋਰਟ ਰੱਖੀ ਸੀ, ਬਸ ਇਹ ਚੀਜ਼ ਯਾਦ ਰੱਖਣੀ ਤੁਸੀਂ। ਫਸਟ ਰਿਪੋਰਟ ਇਹਨੇ 1991 ਦੇ ਵਿੱਚ ਰੱਖੀ ਸੀ, ਔਰ ਇਹਨੇ ਕਿਹਾ ਸੀ ਜਿਵੇਂ ਪੰਚਾਇਤਾਂ ਦੇ ਵਿੱਚ 3 ਟਾਇਰ, ਇਹਨੇ ਕਿਹਾ ਸੀ ਵੀ 4 ਟਾਇਰ ਸਿਸਟਮ ਬੈਂਕਾਂ ਦਾ ਹੋਣਾ ਚਾਹੀਦਾ। ਟੌਪ 'ਤੇ 3 ਬੈਂਕਾਂ ਹੋਣਗੀਆਂ, ਲੋਕਲ ਏਰੀਆ ਬੈਂਕਸ ਵੀ ਮਤਲਬ ਕਿ ਇਹਦੀ ਸਿਫਾਰਸ਼ ਦੇ ਉੱਤੇ ਵੀ ਬਣਾਓ ਤੁਸੀਂ। ਠੀਕ ਆ, ਬਣੇ ਨੇ, ਜਾਣੀ ਕਿ ਇਹਨੇ CCAR ਇੰਟਰੋਡਿਊਸ ਕੀਤਾ ਸੀਗਾ, ਕੰਸੈਪਟ ਆਫ ਕੈਪੀਟਲ ਰੇਸ਼ੋ। ਇਸ ਤੋਂ ਬਾਅਦ ਇਹਦੀ ਸੈਕੰਡ ਰਿਪੋਰਟ, ਬਸ ਹੋਰ ਇਹਦੇ 'ਚ ਕੁਛ ਨਹੀਂ ਪੜ੍ਹਨਾ। ਸੈਕੰਡ ਰਿਪੋਰਟ ਇਹਨੇ ਕਿੰਨੇ 'ਚ ਰੱਖੀ ਸੀ? 1998 ਦੇ ਵਿੱਚ ਸੈਕੰਡ ਰਿਪੋਰਟ ਆਪਦੀ ਰੱਖਦੀ ਸੀ। ਤਾਂ ਇਹ ਜਿਹੜੀ ਸੀ ਇਹਨੂੰ ਬੈਂਕਿੰਗ ਸੈਕਟਰ ਕਮੇਟੀ ਵੀ ਕਿਹਾ ਜਾਂਦਾ। ਚਲੋ ਇੰਨਾ ਤਾਂ ਆਈ ਥਿੰਕ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ, ਹੈ ਨਾ। ਹੁਣ ਆਪਾਂ ਗੱਲ ਕਰਦੇ ਹਾਂ ਬੱਚੇ, ਇੱਕ ਮਿਨਿਸਟਰੀ ਆ ਜਿਹੜੀ ਨਵੀਂ ਬਣੀ ਆ, ਨਿਊ ਮਿਨਿਸਟਰੀ ਕਿਹੜੀ ਆ ਉਹ? ਮਿਨਿਸਟਰੀ ਆਫ ਕੋਆਪਰੇਸ਼ਨ। ਬੱਚੇ ਆਹ ਵਾਲੀ ਮਿਨਿਸਟਰੀ ਆ ਜਿਹੜੀ ਇਹ ਨਵੀਂ ਬਣਾਈ ਗਈ ਆ। ਠੀਕ ਆ, ਕਿਸ ਦੁਆਰਾ ਬਣਾਈ ਗਈ ਆ? ਆਪਣੇ PM ਸਾਹਿਬ ਦੁਆਰਾ, ਯਾਨੀ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ, ਇਹਨਾਂ ਦੇ ਦੁਆਰਾ ਇਹ ਬਣਾਈ ਗਈ ਆ। ਮਤਲਬ ਇਹਨਾਂ ਦਾ ਵਿਜ਼ਨ ਕੀ ਸੀਗਾ? ਉਰੇ ਅੱਛਾ ਬੱਚੇ, ਸਾਖਰ ਸੇ ਸਮਰਿੱਧੀ। ਠੀਕ ਆ, ਸਾਖਰ ਸੇ ਸਮਰਿੱਧੀ। ਤਾਂ ਬੱਚੇ ਇਹ ਚੀਜ਼ ਤੁਸੀਂ ਯਾਦ ਰੱਖਣੀ ਆ ਇਹਦੇ 'ਚੋਂ ਇੰਨੀ ਕਿ। ਬਾਕੀ ਤੁਸੀਂ ਹੁਣ ਦੱਸਣਾ ਵੀ ਇਹਨੂੰ ਜਿਹੜੇ ਹੈੱਡ ਕਰ ਰਹੇ ਨੇ, ਇਹ ਵਾਲੀ ਮਿਨਿਸਟਰੀ ਨੂੰ ਹੈੱਡ ਕਰਨ ਵਾਲੇ ਕੌਣ ਨੇ, ਉਹਨਾਂ ਦਾ ਕਮੈਂਟ ਕਰਕੇ ਤੁਸੀਂ ਨਾਮ ਦੱਸਣਾ। ਇਹ ਨਵੀਂ ਬਣੀ ਆ, ਸੋ ਇਹਦੇ ਬਾਰੇ ਚਾਂਸ ਹੈਗੇ ਆ ਵੀ ਤੁਹਾਨੂੰ ਆ ਜੇ। ਬਾਕੀ ਬੱਚੇ ਦੇਖੋ, ਇਹਦੇ ਨਾਲ ਹੀ ਇੱਕ ਹੁਣ ਕੋਆਪਰੇਸ਼ਨ ਦੀ ਗੱਲ ਕੀਤੀ ਹੈ ਤਾਂ ਨਾਲ ਹੀ ਆ ਗਿਆ ਤੇ ਕੋਆਪਰੇਟਿਵ ਸੁਸਾਇਟੀ। ਇਹ ਮਤਲਬ ਦੋਨਾਂ 'ਚ ਹੀ ਆ ਜਾਂਦਾ, ਇਕੋਨਮੀ ਦੇ ਵਿੱਚ ਵੀ ਆ ਜਾਂਦਾ, ਔਰ ਨਾਲ ਹੀ ਆਪਣਾ ਇਹ ਪੋਲਿਟੀ ਦੇ ਵਿੱਚ ਮੈਂ ਤੁਹਾਨੂੰ ਵੈਸੇ ਕਰਵਾਇਆ ਵੀ ਹੋਇਆ। ਦੇਖੋ ਇਹ ਆਉਂਦਾ ਆਪਣੇ ਸਟੇਟ ਲਿਸਟ ਦੇ ਵਿੱਚ। ਸਟੇਟ ਲਿਸਟ ਦੇ ਵਿੱਚ ਵੀ ਕਾਹਦੇ 'ਚ ਆਉਂਦਾ? 32 ਨੰਬਰ ਐਂਟਰੀ ਦੇ ਵਿੱਚ ਆਉਂਦਾ। ਤਾਂ ਸਟੇਟ ਦਾ ਮਸਲਾ ਹੋ ਗਿਆ ਨਾ ਇਹ। ਬਾਕੀ ਇਹਦੇ ਬਾਰੇ ਬੱਚੇ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਸੀਗੀਆਂ, ਇਹ ਕਦੋਂ ਜੋੜੀਆਂ ਗਈਆਂ ਸੀ? 97ਵੀਂ ਨੰਬਰ ਦੀ CCA, ਜਾਣੀ ਕਿ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਹੋਈ ਸੀ। ਸੌਰੀ ਬੱਚੇ, ਇਹ ਹੋਈ ਸੀਗੀ, ਇੱਕ ਮਿੰਟ ਨੂੰ ਰੇਜ਼ ਕਰ ਦਈਏ, 2011 ਦੇ ਵਿੱਚ। ਠੀਕ ਹੈ, 97ਵੀਂ ਅਮੈਂਡਮੈਂਟ ਕਦੋਂ ਹੋਈ ਹੈ? 2011 ਦੇ ਵਿੱਚ ਹੋਈ ਸੀ, ਜਦੋਂ ਇਹਦਾ ਕੰਸੈਪਟ ਲੈ ਕੇ ਆਉਂਦਾ ਸੀ। ਤਾਂ ਇਸ ਤੋਂ ਬਾਅਦ ਇਹਦੇ ਬਾਰੇ ਆਪਾਂ ਕੌਂਸਟੀਟਿਊਸ਼ਨਲ ਪ੍ਰੋਵੀਜ਼ਨ ਦੇਖ ਲੈਂਦੇ ਹਾਂ ਵੀ ਆਪਣੇ ਹੋਰ ਸੰਵਿਧਾਨਕ ਮਸਲੇ ਇਹਦੇ ਬਾਰੇ ਕੀ ਨਾਲ ਜੁੜਦੇ ਆ। ਸਭ ਤੋਂ ਪਹਿਲਾਂ ਫੰਡਾਮੈਂਟਲ ਰਾਈਟਸ 19(1) ਦਾ ਸੀ। ਇਹ ਕੀ ਕਹਿੰਦਾ ਹੈਗਾ ਵੀ ਰਾਈਟ ਆ ਸਾਨੂੰ ਕੋਆਪਰੇਸ਼ਨ ਬਣਾਉਣ ਦਾ। ਠੀਕ ਆ, ਤਾਂ ਇੱਕ ਤਾਂ ਇਹ ਵਾਲਾ ਹੋ ਗਿਆ। ਫਿਰ ਇਸ ਤੋਂ ਬਾਅਦ ਆਪਣੇ ਕੀ ਚੱਲਦਾ ਫੰਡਾਮੈਂਟਲ ਤੋਂ ਬਾਅਦ? DPSP। ਤਾਂ DPSP ਕੀ ਆ? ਇਹ ਮਤਲਬ ਕਿ ਰਾਜ ਸਰਕਾਰ ਦੇ ਲਈ ਹੁੰਦੇ ਆ। ਆਰਟੀਕਲ 43B, ਇਹ ਕੀ ਕਹਿੰਦਾ ਵੀ ਸਟੇਟ ਪ੍ਰਮੋਟ ਕਰੂਗੀ ਇਹੋ ਜਿਹੀਆਂ ਚੀਜ਼ਾਂ ਨੂੰ। ਇਸ ਤੋਂ ਬਾਅਦ ਇਹਦੇ ਲਈ ਇੱਕ ਪਾਰਟੀ ਸੰਵਿਧਾਨ ਦੇ ਵਿੱਚ ਜੋੜਿਆ ਗਿਆ, ਪਾਰਟ 9B। ਤਾਂ ਇਹਨਾਂ ਦੇ ਨਾਲ ਰਿਲੇਟਡ ਆਰਟੀਕਲ ਕਿਹੜੇ ਨੇ? 243ZH ਤੋਂ ਲੈ ਕੇ 243ZT ਤੱਕ ਆ। ਇਹ ਤੋਂ ਪਹਿਲਾਂ ਦੇ ਜਿਹੜੇ ਆਰਟੀਕਲ ਨੇ ਉਹ ਪਿੰਡ ਦੀ ਪੰਚਾਇਤ ਔਰ ਫਿਰ ਮਿਊਨਸਿਪੈਲਿਟੀ ਨੇ ਜਿਹੜੀਆਂ ਉਹਨਾਂ ਦੇ ਨਾਲ ਡੀਲ ਕਰਦੇ ਨੇ, ਜਿਹੜੇ ਇਸ ਤੋਂ ਪਹਿਲਾਂ ਦੇ ਆਰਟੀਕਲਸ ਨੇ।
ਤਾਂ ਬੱਚੇ ਨਵੀਂ ਮਿਨਿਸਟਰੀ ਆਫ ਕੋਆਪਰੇਸ਼ਨ, ਆਈ ਥਿੰਕ ਤੁਹਾਨੂੰ ਇਹ ਵਾਲਾ ਟੌਪਿਕ ਬਿਲਕੁਲ ਕਲੀਅਰ ਹੋਊਗਾ। ਇਸ ਤੋਂ ਬਾਅਦ ਆਪਾਂ ਇੱਕ ਇੰਟਰਨੈਸ਼ਨਲ ਔਰਗੇਨਾਈਜੇਸ਼ਨ ਆ ਗਈ, ਉਹਦੇ ਬਾਰੇ ਵੀ ਗੱਲ ਕਰਦੇ ਹਾਂ, OECD, ਯਾਨੀ ਕਿ ਇਹਦੀ ਫੁੱਲ ਫਾਰਮ ਸੁਣ ਲਓ, ਔਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਬੱਚੇ ਇਹਦੀ ਫੁੱਲ ਫਾਰਮ ਆ। ਵੈਸੇ ਹੈ ਕਿ ਐਕਚੁਅਲ ਦੇ ਵਿੱਚ ਇਹ 37 ਮੈਂਬਰਾਂ ਦਾ ਗਰੁੱਪ ਆ, ਠੀਕ ਆ। ਕੀ ਆ ਇਹ 37 ਮੈਂਬਰਾਂ ਦਾ ਇੱਕ ਗਰੁੱਪ ਆ। ਤਾਂ ਇਹਦੇ 'ਚ ਕੀਤਾ ਕੀ ਜਾਂਦਾ, ਡਿਸਕਸ ਕਰਦੇ ਨੇ। ਕੀ ਡਿਸਕਸ ਕਰਦੇ ਆ ਉਹ? ਇਕਨੋਮਿਕ ਅਤੇ ਸੋਸ਼ਲ ਜਿਹੜੀਆਂ ਪਾਲਿਸੀ ਨੇ। ਤਾਂ ਇਹਨੂੰ ਸ਼ੁਰੂ ਕਦੋਂ ਕੀਤਾ ਗਿਆ ਸੀ? ਇਹ ਸ਼ੁਰੂ ਹੋਇਆ ਸੀ ਦਸੰਬਰ 14, 1960 ਦੇ ਵਿੱਚ। ਕਿਹਦੇ ਦੁਆਰਾ? 18 ਤਾਂ ਇਹਦੇ 'ਚ ਸੀਗੇ ਯੂਰਪੀ ਕੰਟਰੀਆਂ, ਯੂਰੋਪੀਅਨ ਦੇਸ਼ ਕਹਿੰਦੇ ਆਪਾਂ ਜਿਹਨਾਂ ਨੂੰ, ਪਲੱਸ USA ਪਲੱਸ ਕੈਨੇਡਾ, ਇਹਨਾਂ ਦੇ ਦੁਆਰਾ ਇਹ ਬਣਾਇਆ ਸੀ। ਹੁਣ ਇਹਦੇ 'ਚ ਕੁਐਸਚਨ ਆਉਂਦਾ ਵੀ ਕੀ ਇੰਡੀਆ ਦਾ ਮੈਂਬਰ ਹੈਗਾ? ਇੰਡੀਆ ਦਾ ਮੈਂਬਰ ਨਹੀਂ ਹੈਗਾ, ਬਟ ਇੰਡੀਆ ਇਹਦੇ 'ਚ ਕੀ ਆ ਕਿ ਇਕਨੋਮਿਕ ਪਾਰਟਨਰ ਜ਼ਰੂਰ ਆ, ਬਟ ਇਹਦੇ 'ਚ ਮੈਂਬਰ ਨਹੀਂ ਹੈਗਾ। ਬਾਕੀ ਬੱਚੇ ਦੇਖੋ ਇਹਦਾ ਹੈੱਡਕੁਆਟਰ ਕਿੱਥੇ ਆ, ਇਹ ਤੁਸੀਂ ਤੁਹਾਡਾ ਰਿਲੇਟਡ ਵਰਕ ਆ, ਤੁਸੀਂ ਇੱਕ ਰਾਫਲੀ ਨੋਟ ਕਰ ਲਿਆ ਕਰੋ। ਜਿਹੜੇ ਤੁਹਾਨੂੰ ਮੈਂ ਫੈਕਟ ਦੱਸਦਾ ਹੁੰਦਾ ਬੱਚੇ, ਕਮੈਂਟ ਕਰਕੇ ਜ਼ਰੂਰ ਆਨਸਰ ਦਿਆ ਕਰੋ ਜਿਹੜੀ ਚੀਜ਼ ਤੁਹਾਨੂੰ ਪੁੱਛੀ ਜਾਂਦੀ ਆ। ਤਾਂ ਇਹਦਾ ਹੈੱਡਕੁਆਟਰ ਕਿੱਥੇ ਆ ਤੁਸੀਂ ਦੱਸਣਾ। ਬਾਕੀ ਇਹਦੇ ਦੁਆਰਾ 3 ਰਿਪੋਰਟਸ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਜਾਂਦੀਆਂ ਨੇ ਇੰਟਰਨੈਸ਼ਨਲੀ ਲੈਵਲ 'ਤੇ। ਇੱਕ ਤਾਂ ਹੁੰਦੀ ਹੈ ਗਵਰਨਮੈਂਟ ਐਟ ਅ ਗਲਾਂਸ ਰਿਪੋਰਟ, ਦੂਸਰੀ OECD ਬੈਟਰ ਲਾਈਫ ਇੰਡੈਕਸ, ਇੱਕ ਤੀਸਰੀ ਹੋਰ ਕੀਤੀ ਜਾਂਦੀ ਆ, ਉਹਦੇ ਲਾਸਟ 'ਤੇ ਆਊਟਲੁੱਕ ਲੱਗਦਾ ਔਰ ਮਾਈਗ੍ਰੇਸ਼ਨ ਲੱਗਦਾ। ਉਹ ਤੁਸੀਂ ਰਿਪੋਰਟ ਦਾ ਨਾਮ ਪੂਰੀ ਦਾ ਦੱਸਣਾ ਬੱਚੇ। ਇਹਨੂੰ ਹੁਣ ਆਪਾਂ ਰਿਪੋਰਟਸ ਨੂੰ ਅੱਗੇ ਮੈਂ ਤੁਹਾਨੂੰ ਰੈਂਕ ਵਗੈਰਾ ਇਹਦੇ 'ਚ ਕਿਉਂ ਨਹੀਂ ਕਰ ਰਹੀ ਆਪਾਂ ਕਿਸੇ ਵੀ ਚੀਜ਼ ਦੀ, ਜਾਂ ਤੁਹਾਨੂੰ ਮੈਂ ਰਿਪੋਰਟ ਅੱਗੇ ਡਿਸਕਸ ਕਿਉਂ ਨਹੀਂ ਕਰਾ ਰਿਹਾ, ਕਿਉਂਕਿ ਇੰਡੀਆ ਇਹਦੇ 'ਚ ਮੈਂਬਰ ਹੈ ਉਹ ਨਹੀਂ, ਆਪਾਂ ਕਿਉਂ ਇਹਨੂੰ ਕਰੀਏ, ਹੈ ਨਾ। ਹੋਰ ਆਪਣੇ ਕੋਲ ਰਿਪੋਰਟਸ ਕਰਨ ਦੇ ਲਈ ਬਹੁਤ ਨੇ ਜਿਹੜੀਆਂ ਆਪਾਂ ਕਰ ਸਕਦੇ ਹਾਂ। ਇਸ ਤੋਂ ਬਾਅਦ ਦੇਖੋ BBB, ਇਹ ਵੀ UPSC ਕੁਐਸਚਨ ਇਹਦੇ 'ਤੇ ਪੁੱਛ ਚੁੱਕੀ ਆ। ਆਈ ਥਿੰਕ 2019 ਜਾਂ 20 ਦੇ ਵਿੱਚ ਕੁਐਸਚਨ ਆਇਆ ਸੀ ਇਹਦੇ 'ਚ ਕਿ ਵੀ ਬੈਂਕਾਂ ਦੇ ਜਿਹੜੇ ਹੁੰਦੇ ਆਪਣੇ ਚੇਅਰਪਰਸਨ ਹੁੰਦੇ ਆ ਜਾਂ ਉਹਨਾਂ ਦੀ ਨਿਯੁਕਤੀ ਕਿਸ ਦੇ ਦੁਆਰਾ ਕੀਤੀ ਜਾਂਦੀ ਆ। ਇਹ ਕੁਐਸਚਨ ਹੁਣ ਬੱਚੇ ਦੇਖੋ ਪੂਰਾ ਕੁਐਸਚਨ ਐਗਜ਼ੈਕਟ ਤਾਂ ਮੈਨੂੰ ਯਾਦ ਨਹੀਂ ਹੈਗਾ, ਤਾਂ ਕਰਕੇ ਮੈਂ ਤੁਹਾਨੂੰ ਪੂਰਾ ਨਹੀਂ ਇੱਥੇ ਸ਼ੋ ਹੀ ਕਰ ਦਿੰਦੇ ਆਪਾਂ। ਤਾਂ ਬੈਂਕ ਬੋਰਡ ਬਿਊਰੋ ਇਹਦੀ ਫੁੱਲ ਫਾਰਮ ਆ, ਬੈਂਕ ਬੋਰਡ ਬਿਊਰੋ, ਠੀਕ ਆ। ਮਤਲਬ ਇਹਦੇ 'ਚ ਕੀ ਹੁੰਦਾ, ਇਹਦੇ 'ਚ ਚਲੋ ਬੱਚੇ ਇਹਦੇ ਤੁਹਾਨੂੰ ਮੈਂ ਇੰਪੋਰਟੈਂਟ ਫੈਕਟ ਹੀ ਦੱਸ ਦੇਣਾ। ਬਾਕੀ ਇਹ ਸੈਟਅਪ ਕਦੋਂ ਕੀਤੀ ਗਈ ਆ? ਇਹ ਸੈਟਅਪ ਕੀਤੀ ਗਈ ਸੀ ਜਾਣੀ ਕਿ ਫਰਵਰੀ ਮੰਥ 2016 ਦੇ ਵਿੱਚ ਇਹਨੂੰ ਸੈਟਅਪ ਕੀਤਾ ਗਿਆ ਸੀ, ਔਰ ਇਹ ਆਟੋਨੋਮੀ ਬੋਡੀ ਆ, ਠੀਕ ਆ। ਔਰ ਇਹ ਇੰਦਰਧਨੁਸ਼ ਪਲਾਨ ਦਾ ਪਾਰਟ ਆ। ਕਿਹੜੇ ਉਹਦਾ ਪਲਾਨ ਦਾ ਪਾਰਟ ਆ? ਇੰਦਰਧਨੁਸ਼ ਪਲਾਨ ਦਾ ਪਾਰਟ ਆ। ਔਰ ਇਹ ਕਿਹੜੀ ਕਮੇਟੀ ਦੇ ਬੇਸ ਆ? ਇਹ ਨਾਇਕ ਕਮੇਟੀ ਬਣੀ ਸੀ। ਤਾਂ ਇਹ ਨਾਇਕ ਕਮੇਟੀ ਦੀਆਂ ਸਿਫਾਰਸ਼ਾਂ ਦੇ ਬੇਸ 'ਤੇ ਇਹੀ ਬੜੀ ਚੀਜ਼ ਆ ਜਿਹੜੀ ਬਣਾਈ ਗਈ ਆ। ਬਾਕੀ ਬੱਚੇ ਦੇਖੋ ਇਦੋਂ ਪਹਿਲਾਂ ਕੀ ਹੁੰਦਾ ਸੀਗਾ, ਅਪੁਆਇੰਟਮੈਂਟ ਬੋਰਡ ਹੁੰਦਾ ਸੀ, ਅਤੇ ਜਿਹਨੂੰ ਜਿਹੜਾ ਸਰਕਾਰ ਕਰਦੀ ਹੁੰਦੀ ਸੀ, ਤਾਂ ਉਹਨੂੰ ਇਹਨੇ ਰਿਪਲੇਸ ਕਰਤਾ। ਔਰ ਹੁਣ ਜਿਵੇਂ ਨੀਤੀ ਆਯੋਗ ਨੇ ਪਲਾਨਿੰਗ ਕਮਿਸ਼ਨ ਨੂੰ ਕਰਤਾ, ਅਪੁਆਇੰਟਮੈਂਟ ਬੋਰਡ ਨੂੰ ਆ ਕੇ BBB ਨੇ ਕਰਤਾ, ਠੀਕ ਆ। ਤਾਂ ਇਹਦਾ ਫਾਈਨਲ ਫੈਸਲਾ ਹੁੰਦਾ ਜਿਹੜਾ ਉਹ ਮਿਨਿਸਟਰੀ ਆਫ ਫਾਈਨਾਂਸ ਕਰਦੀ ਆ ਨਿਯੁਕਤੀਆਂ ਦੇ, ਮਤਲਬ ਇਹ ਤੋਂ ਬਾਅਦ ਜਿਹੜਾ ਕੁਛ ਹੁੰਦਾ ਇਹ ਤਾਂ ਭੇਜ ਦਿੰਦੀ ਆ, ਅਤੇ ਪਲੱਸ ਫਿਰ ਉਹ ਕੰਸਲਟ ਕਰਦੀ ਆ PM ਆਫਿਸ ਨਾਲ। ਡਨ। ਤਾਂ ਇਹਦੇ 'ਚ ਹੁਣ ਹੁੰਦਾ ਕੀ ਆ, ਜਿਹੜਾ ਇਹ ਬੈਂਕ ਬੋਰਡ ਆਫ ਬਿਊਰੋ ਆ, ਤਾਂ ਇਹਦੇ 'ਚ ਕੀ ਹੁੰਦਾ, ਚੇਅਰਮੈਨ 3 ਐਕਸ ਓਫੀਸ਼ੀਓ ਮਤਲਬ ਮੈਂਬਰ, ਇੱਕ ਦਾ ਹੁੰਦਾ ਸੈਕਟਰੀ ਡਿਪਾਰਟਮੈਂਟ ਆਫ ਪਬਲਿਕ ਇੰਟਰਪ੍ਰਾਈਜ਼ ਦਾ, ਇੱਕ ਸੈਕਟਰੀ ਹੁੰਦਾ ਡਿਪਾਰਟਮੈਂਟ ਆਫ ਫਾਈਨੈਂਸ਼ੀਅਲ ਸਰਵਿਸ 'ਚੋਂ, ਇੱਕ ਹੁੰਦਾ ਡਿਪਟੀ ਗਵਰਨਰ RBI ਦਾ। ਇਹ ਵਾਲੇ ਹੁੰਦੇ ਆ 5 ਹੁੰਦੇ ਐਕਸਪਰਟ ਮੈਂਬਰ ਜੋ ਪ੍ਰਾਈਵੇਟ ਸੈਕਟਰ ਦੇ ਹੁੰਦੇ ਆ। ਤਾਂ ਇਹਨਾਂ ਨੂੰ ਬਣ ਕੇ ਆਪਣਾ ਬਣਦਾ BBB, ਔਰ ਇਹ ਫਿਰ ਅੱਗੇ ਕੀ ਕਰਦੇ ਆ, ਨਾਮ ਰਿਕਮੈਂਡ ਕਰਦੇ ਆ, ਔਰ ਜਿਹੜੀ ਮਿਨਿਸਟਰੀ ਆਫ ਫਾਈਨਾਂਸ ਆ ਫਿਰ ਉਹ ਫਾਈਨਲ ਡਿਸੀਜਨ ਲੈ ਲੈਂਦੀ ਆ। ਤਾਂ ਬੱਚੇ ਇਹ ਚੀਜ਼ ਸੀ, ਆਈ ਥਿੰਕ ਤੁਹਾਨੂੰ ਇਹ ਵੀ ਕਲੀਅਰ ਹੋ ਗਈ। ਨਵੀਂ ਮਿਨਿਸਟਰੀ OECD, ਇਹਦੇ ਬਾਰੇ ਆਪਾਂ ਗੱਲ ਕਰ ਲਈ। BBB ਇਹ ਉਹ ਨੇ ਟੌਪਿਕ ਜਿਹੜੇ ਬੱਚੇ ਖਬਰਾਂ ਦੇ ਵਿੱਚ ਰਹੇ ਨੇ। ਇਸ ਤੋਂ ਬਾਅਦ ਇੱਕ ਸਕੀਮ ਸੀ ਪ੍ਰੋਜੈਕਟ BOLD, ਬੋਲਡ ਪ੍ਰੋਜੈਕਟ। ਹੁਣ ਇਹ ਬੋਲਡ ਕੀ ਆ ਬੱਚੇ? ਬੋਲਡ ਨਾ ਤਾਂ ਇਹ ਕਰੈਕਟ ਵਾਲਾ ਬੋਲਡ ਆ, ਨਾ ਹੀ ਇਹ ਗਲੈਮਰ ਵਾਲਾ ਬੋਲਡ ਆ, ਬਟ ਇੱਥੇ ਨਾ ਇਹ ਹਾਈਲਾਈਟ ਬੋਲਡ ਆ। ਤਾਂ ਇਹਦੀ ਜਿਹੜੀ ਫੁੱਲ ਫਾਰਮ ਆ ਉਹ ਹੈਗੀ ਆ ਬੈਂਬੂ, ਮਤਲਬ ਬਾਂਸ, ਬੈਂਬੂ ਓਕੈਸਿਕ ਔਨ ਲੈਂਡਸ ਇਨ ਡਰਾਊਟ। ਤਾਂ ਆ ਇਹਦੀ ਫੁੱਲ ਫਾਰਮ ਆ। ਅਤੇ ਇਹ ਕਿਹਦੇ ਅਧੀਨ ਆ? ਇਹ ਮਤਲਬ ਕਿ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ।
ਕਿਹਦੇ ਅਧੀਨ ਆ? ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ, ਯਾਨੀ ਕਿ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਅਸੀਂ ਲਿਖ ਸਕਦੇ ਹਾਂ KBIC। ਤਾਂ ਇਹਦੇ ਅਧੀਨ ਇਹ ਕਿਹਦੇ ਅਧੀਨ ਆ? ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ। ਜਿਹੜਾ ਇਹ KBIC ਆ, ਇਹ ਕਿਹਦੇ ਅਧੀਨ ਆ? ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ, ਇਹਦੇ ਅਧੀਨ ਆ ਇਹ ਵਾਲੀ ਚੀਜ਼ ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਤਾਂ ਇਹ ਬੱਚੇ ਕੀ ਆ? ਇਹ ਮਤਲਬ ਕਿ ਕਿੱਥੋਂ ਸਟਾਰਟ ਕੀਤਾ ਜਾ ਰਿਹਾ? ਉਦੈਪੁਰ ਡਿਸਟ੍ਰਿਕਟ ਕਿੱਥੇ ਹੈ? ਰਾਜਸਥਾਨ ਦੇ ਵਿੱਚ ਆ। ਜੇ ਤੁਹਾਨੂੰ ਇਦੋਂ ਵੀ ਨੀਚੇ ਪਿੰਡ ਜਾ ਕੇ ਪੁੱਛ ਲੈਂਦੇ ਆ ਤਾਂ ਇੱਥੇ ਨਿਚਲਾ ਮਾਂਡਵਾ, ਐਵੇਂ ਕਰਕੇ ਕੋਈ ਪਿੰਡ ਦਾ ਨਾਮ ਆ ਜਿੱਥੋਂ ਇਹ ਸਟਾਰਟ ਕੀਤੀ ਗਈ ਹੈ ਰਾਜਸਥਾਨ ਦੇ ਵਿੱਚੋਂ। ਤਾਂ ਮਤਲਬ ਇਹਦੇ 'ਚ ਕੀ ਆ ਬੱਚੇ, ਇਹਨੇ ਰਿਕਾਰਡ ਵੀ ਬਣਾਇਆ ਬਾਕੀ ਇੱਕ ਦਿਨ ਦੇ ਵਿੱਚ ਸਭ ਤੋਂ ਜ਼ਿਆਦਾ ਬੰਬੂ ਲਾ ਕੇ ਉੱਥੇ ਹੈ ਨਾ। ਤਾਂ ਬੰਬੂ ਕਿਉਂਕਿ ਇੱਕ ਤਾਂ ਇਹ ਮਤਲਬ ਕਿ ਜਿਹੜਾ ਗਰੋਥ ਆ ਉਹ ਜਲਦੀ ਕਰਦਾ, ਔਰ ਇਹਨੂੰ 3 ਸਾਲਾਂ ਦੇ ਵਿੱਚ ਹਾਰਵੈਸਟ ਕੀਤਾ ਜਾਂਦਾ, ਔਰ ਪਾਣੀ ਨੂੰ ਕੰਜ਼ਰਵ ਕਰਦਾ। ਤਾਂ ਕਰਕੇ ਡਰਾਟ ਵਾਲੇ ਏਰੀਆ ਦੇ ਵਿੱਚ ਇਹਨੂੰ ਜਿਹੜਾ ਇਹ ਸ਼ੁਰੂ ਕੀਤਾ ਗਿਆ। ਕਿਹਦੇ ਦੁਆਰਾ ਕੀਤਾ ਗਿਆ? KBIC। ਔਰ ਇਹ ਕਿਹਦੇ ਅਧੀਨ ਆ? ਮਿਨਿਸਟਰੀ ਆਫ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ। ਕਲੀਅਰ। ਇਸ ਤੋਂ ਬਾਅਦ ਦੇਖੋ ਬੱਚੇ, ਆਪਾਂ ਲਾਸਟ ਤੇ ਕਿਹਾ ਸੀ ਤੁਹਾਨੂੰ ਇੱਕ ਆਪਣਾ ਟੌਪਿਕ ਹੈ ਗ੍ਰੀਨ ਹਾਈਡਰੋਜਨ ਦਾ। ਗ੍ਰੀਨ ਹਾਈਡਰੋਜਨ। ਹੁਣ ਇਹਦੇ ਬਾਰੇ ਕੀ ਹੈ? ਕਿਉਂਕਿ ਸਰਕਾਰ ਇਹਨੂੰ ਬੱਚੇ ਇਨੀਸ਼ੀਏਟਿਵ ਲੈ ਰਹੀ ਆ ਵੀ ਤਾਂ ਜੋ ਅੱਗੇ ਜਾ ਕੇ ਗ੍ਰੀਨ ਹਾਈਡਰੋਜਨ ਤੇ ਇਹੋ ਜਿਹੀਆਂ ਚੀਜ਼ਾਂ ਦਾ ਯੂਜ਼ ਕਰਕੇ ਵੀ ਨਾਲੇ ਤਾਂ ਅਸੀਂ ਪ੍ਰਦੂਸ਼ਣ ਘੱਟ ਕਰੀਏ, ਔਰ 2047 ਤੱਕ ਅਸੀਂ ਖੁਦ 'ਤੇ ਡਿਪੈਂਡੈਂਟ ਹੋ ਜਾਈਏ ਪੂਰਾ ਐਨਰਜੀ ਦੇ ਲਈ। 2047 ਤੱਕ ਦਾ ਟਾਰਗੇਟ ਆ। ਇਹਦਾ ਤੁਹਾਨੂੰ ਸਿੱਧਾ ਫੈਕਟ ਆ ਸਕਦਾ ਵੀ ਇੰਡੀਆ ਦਾ ਟਾਰਗੇਟ ਕਿਤੇ ਸੈਲਫ ਰਿਲਾਇੰਟ ਹੋਣ ਦਾ ਐਨਰਜੀ 'ਤੇ ਟਾਰਗੇਟ ਕਦੋਂ ਦਾ ਹੈਗਾ? ਤਾਂ ਇਹਦਾ ਸਿੱਧਾ ਜਿਹੜਾ ਟਾਰਗੇਟ ਆ 2047 ਦਾ, ਪਹਿਲਾ ਫੈਕਟ। ਅਤੇ ਦੂਸਰਾ, ਜਿਹੜੀ ਇਹ ਗ੍ਰੀਨ ਹਾਈਡਰੋਜਨ ਹੁੰਦੀ ਹੈ, ਇਹ ਕੀ ਹੁੰਦੀ ਹੈ? ਮਤਲਬ ਫੋਸਲ ਫਿਊਲ ਤੋਂ ਨਹੀਂ ਹੁੰਦੀ ਇਹ, ਠੀਕ ਆ। ਇਹ ਪਾਣੀ ਤੋਂ ਹੁੰਦੀ ਆ, ਜਾਂ ਫਿਰ ਬਿਜਲੀ ਜੋ ਉਹਨਾਂ ਤੋਂ ਬਿਜਲੀ ਲੈਂਦਾ ਇਹ, ਜਿਹੜੇ ਦੁਬਾਰੇ ਵਰਤੇ ਜਾਣ ਵਾਲੇ ਜਾਣੀ ਕਿ ਰੀਨਿਊਏਬਲ ਸਾਧਨ ਹੁੰਦੇ ਆ ਨਾ, ਸੋਰਸ ਹੁੰਦੇ ਆ, ਜਿਵੇਂ ਕਿ ਹਵਾ ਹੋ ਗਈ, ਸੋਲਰ ਹੋ ਗਈ, ਉਹ ਚੀਜ਼ਾਂ ਤੋਂ ਜਿੱਥੇ ਮਤਲਬ ਕਿ ਪ੍ਰਦੂਸ਼ਣ ਜਮ੍ਹਾਂ ਵੀ ਨਹੀਂ ਹੁੰਦਾ, ਔਰ ਉਹ ਸਾਧਨ ਨੇ ਜਿਹੜੇ ਦੁਬਾਰਾ ਵਰਤੇ ਜਾ ਸਕਦੇ ਆ, ਤਾਂ ਉਹਨਾਂ ਨੂੰ ਕਹਿੰਦੇ ਆ ਗ੍ਰੀਨ ਹਾਈਡਰੋਜਨ, ਠੀਕ ਆ। ਤਾਂ ਸਰਕਾਰ ਹੁਣ ਕਾਹਦੇ ਨੂੰ ਪ੍ਰਮੋਟ ਕਰ ਰਹੀ ਆ? ਸਰਕਾਰ ਇੱਕ ਤਾਂ ਪ੍ਰਮੋਟ ਕਰ ਰਹੀ ਆ ਗ੍ਰੀਨ ਹਾਈਡਰੋਜਨ ਨੂੰ, ਪਲੱਸ ਨਾਲ ਹੀ ਉਹ ਕਰ ਰਹੀ ਆ ਬਲੂ ਹਾਈਡਰੋਜਨ। ਇਹਦਾ ਮੰਨੀ ਗੱਲ ਵੀ ਗ੍ਰੀਨ ਅਤੇ ਬਲੂ ਨੂੰ ਕਰਦੀ ਆ। ਤਾਂ ਕੀ ਇਹ ਤੋਂ ਬਿਨਾਂ ਹੋਰ ਵੀ ਨੇ ਜਿਹੜੀਆਂ ਇਹ ਹਾਈਡਰੋਜਨ ਹੈਗੀਆਂ ਨੇ? ਆਪਾਂ ਕਹਿੰਦੇ ਯੈਸ। ਕਿਹੜੀਆਂ ਨੇ? ਇੱਕ ਤਾਂ ਹੈਗੀ ਆ ਬਰਾਊਨ ਹਾਈਡਰੋਜਨ। ਤਾਂ ਬੱਚੇ ਦੇਖੋ, ਇਹ ਕੋਲ ਵੱਲੋਂ ਹੀ ਆਉਂਦੀ ਆ। ਤਾਂ ਇਹਦੇ 'ਚ ਮਿਕਸਚਰ ਹੁੰਦਾ ਕਾਫੀ ਚੀਜ਼ਾਂ ਦਾ, ਜਿਵੇਂ ਕਿ ਕਾਰਬਨ ਡਾਈਆਕਸਾਈਡ ਦਾ ਵੀ ਹੁੰਦਾ, ਮੋਨੋਆਕਸਾਈਡ ਹੁੰਦੀ ਆ, ਹਾਈਡਰੋਜਨ ਹੁੰਦੀ ਆ, ਮੀਥੇਨ ਹੁੰਦੀ ਆ, ਇਥੇਨਲ ਹੁੰਦੀ ਆ। ਤਾਂ ਇਹ ਪ੍ਰਦੂਸ਼ਣ ਬਹੁਤ ਜ਼ਿਆਦਾ ਕਰਦੀ ਆ, ਤਾਂ ਕਰਕੇ ਬਰਾਊਨ ਹਾਈਡਰੋਜਨ ਨੂੰ ਮਤਲਬ ਕਿ ਡੇਂਜਰਸ ਹੀ ਕਿਹਾ ਜਾਂਦਾ, ਠੀਕ ਆ। ਤਾਂ ਇਹ ਡੇਂਜਰਸ ਹੁੰਦੀ ਆ। ਤਾਂ ਇਹ ਤਾਂ ਸੀ ਬਰਾਊਨ ਹਾਈਡਰੋਜਨ। ਇਹ ਤੋਂ ਬਿਨਾਂ ਕੋਈ ਹੋਰ ਵੀ ਹੁੰਦੀ ਆ? ਯੈਸ, ਇੱਕ ਹੁੰਦੀ ਆ ਗ੍ਰੇ ਹਾਈਡਰੋਜਨ, ਠੀਕ ਆ। ਕਿਹੜੀ ਹੁੰਦੀ ਆ? ਗ੍ਰੇ ਹਾਈਡਰੋਜਨ। ਇਹ ਕਿੱਥੋਂ ਮਿਲਦੀ ਆ ਗ੍ਰੇ? ਇਹ ਮਿਲਦੀ ਆ ਨੈਚੁਰਲ ਤੋਂ, ਨੈਚੁਰਲ ਗੈਸ ਤੋਂ ਮਿਲਦੀ ਆ। ਇਹ ਸਸਤਾ ਪ੍ਰੋਜੈਕਟ ਆ, ਪਰ ਕਾਰਬਨ ਅੱਗੇ ਜਾ ਕੇ ਬੱਚੇ ਹੋਰ ਮਹਿੰਗਾ ਹੋ ਸਕਦਾ, ਸੋ ਇਹਨੂੰ ਆਪਾਂ ਇੰਨਾ ਨਹੀਂ ਕਹਿ ਸਕਦੇ ਗ੍ਰੇ। ਇਸ ਤੋਂ ਬਾਅਦ ਜਿਹੜੀ ਤੀਸਰੀ ਹੁੰਦੀ ਆ ਉਹ ਹੈਗੀ ਆ ਬਲੂ, ਜਿਹਨੂੰ ਕਿ ਸਰਕਾਰ ਇਹਨੂੰ ਵੀ ਪ੍ਰਮੋਟ ਕਰ ਰਹੀ ਹੈ ਗ੍ਰੀਨ ਦੇ ਨਾਲ। ਮਤਲਬ ਇਹ ਹੌਲੀ ਆ, ਥੋੜ੍ਹਾ ਜਿਹਾ ਸਲੋ ਆ ਇਹ ਪ੍ਰੋਜੈਕਟ, ਅਤੇ ਪਰ ਕੋਸਟਲੀ ਜ਼ਿਆਦਾ ਆ। ਪ੍ਰੋਡਿਊਸ ਇਹਦੇ ਨਾਲ ਕੀਤੀ ਜਾਂਦੀ ਆ ਇਹ ਤੋਂ ਦੀ ਕਾਰਬਨ ਤੋਂ, ਠੀਕ ਆ, ਇਹ ਕੀਤੀ ਜਾਂਦੀ ਆ। ਤਾਂ ਬੱਚੇ ਦੇਖੋ, ਜਿਹੜਾ ਇਹਦੇ 'ਚ ਐਨਰਜੀ ਵਾਲੇ ਦੇ ਵਿੱਚ ਰਿਲਾਇੰਸ ਐਨਰਜੀ ਆ, ਉਹਦੇ ਵੱਲੋਂ 600 ਬਿਲੀਅਨ ਇਨਵੈਸਟ ਕੀਤਾ ਜਾਣਾ ਜੇ ਇਹ ਵਾਲੀਆਂ ਫੈਕਟਰੀਆਂ ਲੱਗਦੀਆਂ ਨੇ। ਤਾਂ ਇਹ ਸੀਗਾ ਆਪਣੇ ਕਰੰਟ ਦੇ ਇੰਪੋਰਟੈਂਟ ਟੌਪਿਕ ਸੀਗੇ, ਜਿਨ੍ਹਾਂ ਨੂੰ ਆਪਾਂ ਤੁਹਾਡੇ ਨਾਲ ਡਿਸਕਸ ਕੀਤਾ। ਇਹ ਤੋਂ ਬਿਨਾਂ 2-4 ਫੈਕਟ ਹੋਰ ਨੇ ਬੱਚੇ, ਜਿਨ੍ਹਾਂ ਨੂੰ ਆਪਾਂ 1-2 ਟੌਪਿਕ ਨਿੱਕੇ ਹੋਰ ਨੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰ ਲਈਏ। ਚਲੋ, ਇੱਕ ਆਪਾਂ ਉਹ 'ਚ ਲਿਖਿਆ ਸੀ ਬੱਚੇ ਕਮੋਡਿਟੀ ਮਾਰਕੀਟ, ਇਹ ਵੀ ਨਿਊਜ਼ ਦੇ ਵਿੱਚ ਰਿਹਾ ਸੀ। ਕਮੋਡਿਟੀ ਮਾਰਕੀਟ, ਠੀਕ ਆ। ਇਹਦੇ 'ਚ ਬੱਚੇ ਕੀ ਹੁੰਦਾ? ਇਹਦੇ 'ਚ ਮਤਲਬ ਸੈਲ ਐਂਡ ਪਰਚੇਜ਼ ਕੀਤਾ ਜਾਂਦਾ, ਜਿਵੇਂ ਕਿ ਕਮੋਡਿਟੀ ਯਾਨੀ ਕਿ ਚੀਜ਼ਾਂ ਹੀ ਹੁੰਦੀਆਂ ਨੇ, ਜਿਵੇਂ ਕਿ ਕੋਈ ਚੀਜ਼ ਵੇਚਾਂਗੇ, ਗੋਲਡ, ਸਿਲਵਰ, ਕਰੂਡ ਆਇਲ। ਤਾਂ ਇਹ ਵਾਲੀਆਂ ਚੀਜ਼ਾਂ ਹੀ ਇਹਦੇ 'ਚ ਵੇਚੀਆਂ ਖਰੀਦੀਆਂ ਜਾਂਦੀਆਂ। ਜੇ ਤੁਹਾਨੂੰ ਆ ਜਾਏ ਵੀ ਜਿਹੜੀ ਕਮੋਡਿਟੀ ਆ ਇਹ ਕਿੰਨੇ ਤਰ੍ਹਾਂ ਦੀ ਹੁੰਦੀ ਆ? ਕਮੋਡਿਟੀ ਕਿੰਨੇ ਟਾਈਪਸ ਦੀ ਹੁੰਦੀ ਆ? 2 ਤਰ੍ਹਾਂ ਦੀ ਹੁੰਦੀ ਆ। ਬੱਚੇ ਦੇਖੋ, ਜਿਹਨੇ ਤਾਂ ਮਤਲਬ ਸਿੰਪਲੀ ਯਾਦ ਰੱਖਣਾ ਸੀ ਇੰਨਾ ਕਰ ਸਕਦਾ, ਪਰ ਸਟੇਟਮੈਂਟ ਲਈ ਯਾਦ ਕਰਨਾ ਤਾਂ ਇਹ 2 ਤਰ੍ਹਾਂ ਦੀ ਹੁੰਦੀ ਆ, ਇੱਕ ਸੌਫਟ, ਇੱਕ ਹੁੰਦੀ ਆ ਹਾਰਡ। ਹੁਣ ਜਿਹੜੀਆਂ ਤਾਂ ਸੌਫਟ ਆ, ਇਹਦੇ ਵਿੱਚ ਕੀ ਆ ਜਾਂਦਾ? ਜਿਵੇਂ ਕਿ ਆਪਣੀਆਂ ਫਸਲਾਂ ਦੇ ਵਿੱਚ ਅਨਾਜ ਹੋ ਗਿਆ, ਜਾਂ ਫਿਰ ਈਟੇਬਲ ਆਇਲ ਹੋ ਗਏ, ਠੀਕ ਆ। ਇਹ ਵਾਲੀਆਂ ਚੀਜ਼ਾਂ ਕਾਹਦੇ 'ਚ ਆ ਗਈਆਂ? ਸੌਫਟ ਦੇ ਵਿੱਚ ਆ ਗਈਆਂ। ਜਿਹੜੀਆਂ ਆਹ ਵਾਲੀਆਂ ਚੀਜ਼ਾਂ ਆ ਗਈਆਂ, ਜਾਂ ਮਤਲਬ ਕਿ ਉਹ ਚੀਜ਼ਾਂ
ਜਿਹੜੀਆਂ ਮਿਨਰਲਸ ਦੇ ਰੂਪ ਦੇ ਵਿੱਚ ਧਰਤੀ ਚੋਂ ਐਕਸਟ੍ਰੈਕਟ ਕੀਤੀਆਂ ਜਾਂਦੀਆਂ ਨੇ, ਧਰਤੀ ਚੋਂ ਕੱਢੀਆਂ ਜਾਂਦੀਆਂ, ਉਹ ਚੀਜ਼ਾਂ ਨੂੰ ਕੀ ਕਿਹਾ ਜਾਂਦਾ? ਹਾਰਡ। ਇੱਥੋਂ ਤੱਕ ਜਿਹੜਾ ਕਰੂਡ ਆਇਲ ਆ ਉਹਨੂੰ ਵੀ ਹਾਰਡ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ। ਦੇਖੋ ਇਹਦੇ ਨਾਲ ਕਰੂਡ ਆਇਲ ਵੀ ਲਿਖਿਆ ਆਪਾਂ, ਗੋਲਡ, ਸਿਲਵਰ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ, ਜਾਣੀ ਕਿ ਮੈਟਲ, ਆਇਰਨ ਵਗੈਰਾ ਨੇ, ਕਰੂਡ ਆਇਲ ਆ, ਇਹ ਸਾਰੇ ਹਾਰਡ ਦੇ ਵਿੱਚ ਆ ਜਾਂਦੇ ਆ। ਠੀਕ ਆ, ਤਾਂ ਇਹਦੇ 'ਚ ਕੀ ਹੁੰਦਾ? ਫਿਜ਼ੀਕਲੀ ਤੌਰ 'ਤੇ ਕੁਛ ਨਹੀਂ ਮਿਲਦਾ, ਇੱਕ ਪੇਪਰ ਹੁੰਦਾ, ਪੇਪਰ ਦੇ ਅਕੋਰਡਿੰਗਲੀ ਇਹ ਵਾਲਾ ਚੱਲਦਾ। ਹੁਣ ਜੇ ਗੱਲ ਕਰੀਏ ਇਹਦਾ ਕੋਈ ਐਕਟ ਹੈਗਾ, ਐਕਟ ਇਹਦੇ ਨਾਲ ਡੀਲ ਕਰਦਾ, ਫਾਰਵਰਡ। ਠੀਕ ਆ, ਅਤੇ ਕੰਟਰੈਕਟ ਰੈਗੂਲੇਸ਼ਨ ਐਕਟ, ਸੌਰੀ ਕਮੋਡਿਟੀ ਵਾਲਾ ਇਹਦਾ ਐਕਟ ਆ ਜਿਹੜਾ ਕਿੰਨੇ ਦਾ? ਉਹ 1952 ਦਾ ਐਕਟ ਆ ਇਹਦਾ, ਜਿਹੜਾ ਐਕਟ ਚੱਲਦਾ 2015 ਤੋਂ ਪਹਿਲਾਂ। ਇੱਥੇ ਮੈਂ ਲਿਖਿਆ ਹੀ ਨਹੀਂ ਬਿਫੋਰ, ਮਤਲਬ 2015 ਤੋਂ ਜੇ ਪਹਿਲਾਂ ਗੱਲ ਕਰੀਏ ਆਪਾਂ, ਜਿਹੜੇ ਕਮੋਡਿਟੀ ਵਾਲਾ ਸਿਸਟਮ ਚੱਲਦਾ ਸੀ ਬੱਚੇ, ਇਹਨੂੰ ਕੌਣ ਕਰਦਾ ਸੀ? ਫਾਰਵਰਡ ਮਾਰਕੀਟ ਕਮਿਸ਼ਨ। ਫਾਰਵਰਡ ਮਾਰਕੀਟ ਕਮਿਸ਼ਨ। ਤਾਂ ਜੇ ਇਹਦੀ ਗੱਲ ਕਰੀਏ ਤਾਂ ਇਹਦੇ ਨੇ ਨੈਸ਼ਨਲ ਐਕਸਚੇਂਜ ਕਿੱਥੇ ਕਿੱਥੇ ਨੇ? ਜਿਵੇਂ ਕਿ ਮਲਟੀ ਕਮੋਡਿਟੀ ਐਕਸਚੇਂਜ ਹੋ ਗਿਆ, ਮੁੰਬਈ ਦੇ ਵਿੱਚ ਹੋ ਗਿਆ। ਨੈਸ਼ਨਲ ਕਾਮਨ ਐਂਡ ਡੈਰੀਵੇਟਿਵ ਹੋ ਗਿਆ, ਇਹ ਵੀ ਮੁੰਬਈ ਦੇ ਵਿੱਚ, ਐਕਸਚੇਂਜ ਮੁੰਬਈ ਦੇ ਵਿੱਚ ਇਹਨਾਂ ਦਾ। ਠੀਕ ਆ, ਇੱਕ ਹੋ ਗਿਆ ਨੈਸ਼ਨਲ ਮਲਟੀ ਕਮੋਡਿਟੀ ਐਕਸਚੇਂਜ, ਇਹ ਕਿੱਥੇ ਆ? ਅਹਿਮਦਾਬਾਦ ਆ। ਤਿੰਨ ਤਾਂ ਮੈਂ ਦੱਸਦੇ, ਬਾਕੀ ਵਿੱਚ ਸਾਰੇ ਕਰਨ ਦੀ ਲੋੜ ਵੀ ਨਹੀਂ ਤੁਹਾਨੂੰ, ਇਹਦਾ ਇੱਕ ਤੁਹਾਨੂੰ ਮੈਂ ਓਵਰਵਿਊ ਦੇ ਰਿਹਾ ਇਹਦਾ। ਤਾਂ ਕੰਟਰੋਲਡ ਬਾਏ, ਇਸ ਤੋਂ ਬਾਅਦ 2015 ਤੋਂ ਬਾਅਦ ਇਹ ਪਹਿਲਾਂ ਇਹ ਕੰਟਰੋਲ ਕਰਦਾ ਸੀ, ਬਟ 2015 ਤੋਂ ਬਾਅਦ ਹੁਣ ਇਹਨੂੰ ਕਿਹਦੇ ਦੁਆਰਾ ਕੰਟਰੋਲ ਕੀਤਾ ਜਾਂਦਾ? ਹੁਣ ਇਹਨੂੰ ਮਰਜ ਕਿਹਦੇ ਨਾਲ ਕਰਤਾ? ਸੇਬੀ ਦੇ ਨਾਲ। ਸੇਬੀ ਦੇ ਬਾਰੇ ਆਲ ਫੈਕਟ ਮੈਂ ਤੁਹਾਨੂੰ ਉੱਪਰ ਬੱਚੇ ਕਰਵਾ ਚੁੱਕਿਆ। 2015 ਤੋਂ ਇਹਦਾ ਵੀ ਮਰਜਰ ਹੋ ਗਿਆ FMC ਦਾ ਸੇਬੀ ਦੇ ਨਾਲ। ਠੀਕ ਆ, ਤਾਂ ਆਹ ਵਾਲਾ ਆਈ ਥਿੰਕ ਤੁਹਾਨੂੰ ਹੁਣ ਬੱਚੇ ਕਲੀਅਰ ਹੋਊਗਾ। ਕਮੋਡਿਟੀ ਮਾਰਕੀਟ, ਫਿਊਚਰ ਮਾਰਕੀਟ ਹੁੰਦੀ ਹੈ ਜਿਹੜੀ ਕੋਈ ਅੱਗੇ ਡੀਲ ਹੋਣੀ ਹੋਵੇ ਲੈਣ ਦੇਣ ਦੀ। ਡਨ। ਬਾਕੀ ਬੱਚੇ ਇੱਕ ਫਲੋ ਚਾਰਟ ਤੁਸੀਂ ਧਿਆਨ ਦੇ ਵਿੱਚ ਹੋਰ ਰੱਖ ਲਿਓ ਥੋੜ੍ਹਾ ਜਿਹਾ, ਜੇ ਇਹਨੂੰ ਤੁਸੀਂ ਇੱਕ ਦੋ ਵਾਰ ਦਿਨ ਦੇ ਵਿੱਚ ਦੇਖੋ ਤਾਂ ਤੁਹਾਨੂੰ ਰੜ ਜੂ। ਉੱਪਰ ਕੌਣ? ਹੈੱਡ ਆਪਣੇ RBI ਆ। RBI ਤੋਂ ਥੱਲੇ, ਸੌਰੀ ਬੱਚੇ ਇੱਕ ਮਿੰਟ, ਦੇਖੋ ਉੱਪਰ RBI ਆ, ਹੈ ਨਾ। ਤਾਂ RBI ਦੇ ਹੇਠਾਂ ਕਿਹੜੀਆਂ ਨੇ? ਸ਼ਡਿਊਲਡ ਬੈਂਕ ਨੇ। ਸ਼ਡਿਊਲਡ ਬੈਂਕ ਕਿਹੜੀਆਂ ਨੇ? ਜਿਹੜੇ ਉਹਦੇ ਸੈਕਸ਼ਨ 2 ਦੇ ਵਿੱਚ ਆਉਂਦੀਆਂ ਨੇ। ਤਾਂ ਸ਼ਡਿਊਲਡ ਬੈਂਕ ਤੋਂ ਬਾਅਦ ਅੱਗੇ ਕੀ ਹੁੰਦਾ? ਸ਼ਡਿਊਲਡ ਬੈਂਕ ਤੋਂ ਬਾਅਦ ਇਹਦੇ 'ਚ ਆਉਂਦਾ, ਇੱਕ ਤਾਂ ਹੈਗੀਆਂ ਨੇ ਕਮਰਸ਼ੀਅਲ, ਜਿਹੜੀਆਂ ਕਿ ਵਪਾਰਕ ਬੈਂਕਾਂ ਨੇ, ਹੈ ਨਾ। ਅਤੇ ਦੂਸਰੇ ਪਾਸੇ ਕਿਹੜੀਆਂ ਨੇ? ਜਿਹੜੀਆਂ ਕਿ ਕੋਆਪਰੇਟਿਵ ਬੈਂਕਸ ਨੇ। ਹੁਣ ਕੋਆਪਰੇਟਿਵ ਬੈਂਕਸ ਕਿਹੜੀਆਂ ਨੇ? ਇੱਕ ਤਾਂ ਅਰਬਨ ਹੋ ਗਈਆਂ, ਇੱਕ ਸਟੇਟ ਕੋਆਪਰੇਟਿਵ ਹੋ ਗਈਆਂ। ਇਹਨਾਂ ਦੀ ਗਿਣਤੀ 52 ਗਈ, ਇਹਨਾਂ ਦੀ ਗਿਣਤੀ 16 ਗਈ। ਅਤੇ ਜਿਹੜੀਆਂ ਹੁਣ ਕਮਰਸ਼ੀਅਲ ਦੇ ਵਿੱਚ ਆਪਾਂ ਗੱਲ ਕਰੀਏ, ਕਮਰਸ਼ੀਅਲ ਦੇ ਵਿੱਚ ਬੱਚੇ ਇੱਕ ਤਾਂ ਹੁੰਦੀਆਂ ਨੇ ਵਿਦੇਸ਼ੀ ਬੈਂਕ। ਵਿਦੇਸ਼ੀ ਬੈਂਕ ਨਹੀਂ ਹੁਣ ਦੱਸ ਦਿੰਦਾ ਵੀ ਕਿਹੜੇ ਲਈ ਕਿੰਨੀ ਕੈਪੀਟਲ ਚਾਹੀਦੀ ਹੁੰਦੀ ਆ, ਕਿਤੋਂ ਲਾਇਸੈਂਸ ਲੈਣਾ ਪੈਂਦਾ, ਪਰ ਹੁਣ ਇਹਨਾਂ ਬੱਚੇ ਟਾਈਮ ਨਹੀਂ। ਇੱਕ ਹੁੰਦੇ RRB ਰੂਰਲ, ਅਤੇ ਇਹ ਵਾਲਾ ਹੋ ਗਿਆ, ਇਹ ਹੈਗੀਆਂ ਨੇ 196। ਹੋਰ ਇਹਦੇ 'ਚ ਕਿਹੜੀਆਂ ਹੁੰਦੀਆਂ? ਪ੍ਰਾਈਵੇਟ ਸੈਕਟਰ, ਪ੍ਰਾਈਵੇਟ ਸੈਕਟਰ 'ਚ 30 ਨੇ। ਇਸ ਤੋਂ ਬਾਅਦ ਸਟੇਟ ਬੈਂਕ ਆਫ ਇੰਡੀਆ 8 ਐਂਡ ਨੈਸ਼ਨਲਾਈਜ਼ਡ ਬੈਂਕ 19। ਤਾਂ ਆਹ ਸੀਗਾ ਜਿਹੜਾ ਇੱਕ ਓਵਰਵਿਊ ਜਾ, ਤੁਸੀਂ ਇਹਦਾ ਵੀ ਯਾਦ ਰੱਖ ਲਿਓ RBI ਦਾ। ਇਹਦੇ 'ਚ ਕੀ ਹਿਸਾਬ ਕਿਤਾਬ ਹੁੰਦਾ ਬੱਚੇ? ਦੇਖੋ LIC ਆ ਜਿਹੜਾ, ਇਹ ਵੀ ਨਿਊਜ਼ ਦੇ ਵਿੱਚ ਰਿਹਾ ਸੀ। LIC ਪਹਿਲਾਂ LIC ਦਾ ਐਕਟ ਕਿੰਨੇ ਦਾ? 1957 ਦਾ। ਇਹਨੂੰ ਯਾਦ ਰੱਖਿਓ, LIC ਦਾ ਐਕਟ ਕਿੰਨੇ ਦਾ? 1957 ਦਾ। ਤਾਂ ਇਹਨੇ ਇੱਕ ਨਵੀਂ ਪੋਸਟ ਬਣਾਈ ਆ, ਕਾਹਦੀ? MD ਦੀ। ਇਹਨੇ ਕੀ ਕੀਤਾ ਸੀ? ਨਿਊ ਪੋਸਟ ਕ੍ਰੀਏਟ ਕੀਤੀ ਆ MD, ਜਾਣੀ ਕਿ ਮੈਨੇਜਿੰਗ, ਔਰ ਇਹ ਤੁਹਾਨੂੰ ਬੁਲਾ ਰਿਹਾ ਵੀ ਤੁਸੀਂ ਆ ਕੇ ਮੈਨੇਜਿੰਗ ਡਾਇਰੈਕਟਰ ਦੀ ਜਿਹੜੀ ਪੋਸਟ ਹੈ ਇਹਨੂੰ ਤੁਸੀਂ ਸੰਭਾਲੋ। ਤਾਂ MD ਦੀ ਇਹਦੀ ਪੋਸਟ ਬਣੀ ਹੈ ਮੈਨੇਜਿੰਗ ਡਾਇਰੈਕਟਰ ਦੀ। ਤਾਂ ਕੇਂਦਰ ਸਰਕਾਰ ਨੇ ਨਿਯੁਕਤੀ ਕਰਤੀ ਆ। ਅਪੁਆਇੰਟਮੈਂਟ ਕਿਹਦੇ ਦੁਆਰਾ ਕਰੀ ਜਾਊਗੀ? ਬਾਏ ਗਵਰਨਮੈਂਟ ਆਫ ਇੰਡੀਆ। ਸੈਕਸ਼ਨ ਇਹਦਾ ਜਿਹੜਾ 4 ਆ, ਇਹਦੇ 'ਚ ਕਿਹਾ ਗਿਆ ਵੀ ਮਤਲਬ ਕਿ ਕੇਂਦਰ ਸਰਕਾਰ ਆ ਜਿਹੜੀ ਉਹ ਇਹਦੀ ਅਪੁਆਇੰਟਮੈਂਟ ਕਰੂਗੀ। ਪਹਿਲਾਂ ਇਹਦੇ 'ਚ ਐਗਜ਼ੀਕਿਊਟਿਵ ਸੀਗਾ ਜਿਹੜਾ, ਉਹੀ ਚੇਅਰਮੈਨ ਹੁੰਦਾ ਸੀ। ਇਹਦੇ 4 ਮੈਨੇਜਿੰਗ ਡਾਇਰੈਕਟਰ ਹੁੰਦੇ ਸੀ, ਬਟ MD ਦੀ ਪੋਸਟ ਇਹਦੇ 'ਚ ਨਵੀਂ ਬਣਾਈ ਗਈ ਆ। ਠੀਕ ਆ। ਔਰ ਸੇਬੀ ਬਾਰੇ ਬੱਚੇ ਇੱਕ ਪੁਆਇੰਟ ਇੱਥੇ ਹੋਰ ਰਹਿ ਗਿਆ। ਸੇਬੀ ਕਿੱਥੇ ਸੀ? ਹਾਂ ਸੀ ਇੱਥੇ। ਤੁਸੀਂ ਸੇਬੀ ਦੇ ਬਾਰੇ ਪੁਆਇੰਟ ਲਿਖ ਲਓ। ਸੇਬੀ ਨੇ ਇੱਕ ਐਪ ਲਾਂਚ ਕਰੀ ਸੀ SAA, ਫਿਰ ਇੱਥੇ ਐਵੇਂ ਹਿੰਦੀ ਦੇ ਵਿੱਚ ਆਹ ਵਾਲਾ ਸਾਈਨ ਐਂਡ THI, ਜਾਣੀ ਕਿ ਸਾਰਥੀ। ਤਾਂ ਇਹ ਐਪ ਕਿਹਨੇ ਲਾਂਚ ਕਰੀ ਆ? ਇਹ ਵੀ ਸੇਬੀ ਦੇ ਦੁਆਰਾ ਲਾਂਚ ਕੀਤੀ ਗਈ ਆ। ਬਾਕੀ ਅਜੇ ਤੇ ਅੱਗੇ 2017 ਦੇ ਵਿੱਚ ਅਪੁਆਇੰਟ ਕੀਤੇ ਗਏ, 18 ਮਹੀਨੇ ਦੇ ਲਈ ਵਧਾ ਕੇ ਟਨਿਓਰ ਉਹਨਾਂ ਦਾ 2022 ਤੱਕ 28 ਫਰਵਰੀ 22 ਤੱਕ ਕਰਤਾ ਸੀ। ਉਹ ਤੋਂ ਬਾਅਦ ਹੁਣ ਵੂਮਨ ਬਣੇ ਨੇ। ਸੇਬੀ ਨੇ ਲਾਂਚ ਕਰੀ ਆ, ਮਤਲਬ ਕਿ ਆਹ ਵਾਲੀ। ਇਹ ਸਿਕਿਉਰਿਟੀ ਮਾਰਕੀਟ ਬਾਰੇ ਜਾਣਕਾਰੀ ਵੀ ਦੇਊਗੀ, ਮਿਊਚੁਅਲ ਫੰਡਸ ਹੋ ਗਿਆ, KYC ਬਾਰੇ, ਇਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇਊਗੀ।
ठीक है। ਤਾਂ ਬੱਚੇ ਦੇਖੋ ਇਹ ਤਾਂ ਸੀਗੇ ਕੁਛ ਕੁ ਇੰਪੋਰਟੈਂਟ ਸੀਗੇ ਜਿੰਨੇ ਕੁ ਹੋ ਸਕੇ। ਬਾਕੀ ਵੀਡੀਓ ਬੱਚੇ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ, ਫਿਰ ਮੈਥੋਂ ਇੰਨਾ ਬੋਲਿਆ ਨਹੀਂ ਜਾਂਦਾ। ਵੈਸੇ ਤਾਂ ਡਾਕਟਰ ਨੇ ਹਜੇ ਬੰਦ ਕੀਤਾ ਹੋਇਆ ਵੀ 10-15 ਦਿਨ ਤਾਂ ਬਿਲਕੁਲ ਰੈਸਟ ਹੀ ਲੈਣੀ ਹੈ ਪ੍ਰੋਪਰ, ਪਰ ਫਿਰ ਵੀ ਤੁਹਾਡਾ ਐਗਜ਼ਾਮ ਨੇੜੇ ਆ, ਸੋ ਆਪਾਂ ਤੁਹਾਡੇ ਲਈ ਵੀਡੀਓ ਆ ਜਿਹੜੀ ਉਹ ਪਬਲਿਕ ਕਰ ਰਹੇ ਹਾਂ ਬੱਚੇ। ਦੇਖੋ ਅਗਰ ਤੁਸੀਂ ਚਾਹੁੰਦੇ ਹੋ ਵੀ ਸੈਸ਼ਨ ਲਾਈਵ ਲਿਆ ਜਾਵੇ, ਦੈਨ ਬੱਚੇ ਜਿਹੜੇ ਬੱਚੇ ਵੀ ਵੀਡੀਓ ਦੇਖ ਰਹੇ ਆ ਤਾਂ ਵੀਡੀਓ ਦੇ ਕਮੈਂਟ ਦੇ ਇੱਥੇ ਹੀ ਦੱਸ ਦਿਓ, ਜਾਂ ਫਿਰ ਤੁਸੀਂ ਟੈਲੀਗ੍ਰਾਮ ਜੁਆਇਨ ਕਰ ਲਿਓ, ਉਹਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਊਗਾ, ਉੱਥੋਂ ਵੀ ਤੁਸੀਂ ਦੇਖ ਸਕਦੇ ਹੋ। ਤਾਂ ਬੱਚੇ ਦੇਖੋ ਤੁਹਾਡਾ ਸਭ ਤੋਂ ਪਹਿਲਾਂ ਦਿਲੋਂ ਧੰਨਵਾਦ ਕੀਤਾ ਜਾਂਦਾ ਕਿ ਤੁਸੀਂ ਇੰਨੇ ਥੋੜ੍ਹੇ ਸਮੇਂ ਦੇ ਵਿੱਚ ਤਕਰੀਬਨ ਆਪਣਾ 1000 ਸਬਸਕ੍ਰਾਈਬਰ ਪੂਰਾ ਹੋਣ ਦੇ ਨੇੜੇ ਹੀ ਆਪਣਾ ਜਲਦੀ ਉਹ ਵੀ ਪੂਰਾ ਕਰਵਾਓ ਟਾਰਗੇਟ ਬੱਚੇ ਆਪਣਾ। ਤਾਂ ਜਿਹੜਿਆਂ ਨੇ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਟੈਲੀਗ੍ਰਾਮ ਜੁਆਇਨ ਕਰ ਲਓ। ਜਿਹੜਿਆਂ ਨੇ ਹਜੇ ਤੱਕ ਆਪਣਾ ਚੈਨਲ ਵੀ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਬੱਚੇ, ਉਹ ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ। ਤਾਂ ਤੁਹਾਨੂੰ ਪੂਰੀ ਤਿਆਰੀ ਬੱਚੇ ਫ੍ਰੀ ਆਫ ਕਾਸਟ ਕਰਾਈ ਜਾਊਗੀ। ਬਸ ਆਪਣਾ ਇੱਕ ਐਗਜ਼ਾਮ ਦਾ ਲੰਘ ਲੇ, ਇਸ ਤੋਂ ਬਾਅਦ ਫਿਰ ਆਪਾਂ ਜਿਹੜੇ ਅੱਗੇ ਅਪਕਮਿੰਗ ਐਗਜ਼ਾਮ ਹੋਣਗੇ, ਜਾਂ ਫਿਰ ਜਿਹੜਾ ਕੋਈ ਨੈਕਸਟ ਐਗਜ਼ਾਮ ਦੀ ਤਿਆਰੀ ਕਰੂਗਾ PPSC ਸਿਵਲ ਦੀ, ਜਾਂ ਫਿਰ UPSC SS ਕਿਸੇ ਵੀ ਮਤਲਬ ਕਿ ਜਿਹੜਾ ਤੁਹਾਡਾ ABC ਗ੍ਰੇਡ ਦਾ ਕੋਈ ਤਕੜਾ ਐਗਜ਼ਾਮ ਹੋਊਗਾ, ਉਹਦੀ ਤਿਆਰੀ ਆਪਾਂ ਇੱਕ ਪੂਰੀ ਸਿਸਟਮੈਟਿਕ ਤਰੀਕੇ ਦੇ ਨਾਲ ਕਰਵਾਵਾਂਗੇ, ਔਰ ਉਹਦਾ ਵਿਦ PDF ਵੀ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾਇਆ ਕਰੂਗਾ। ਆ ਤਾਂ ਹੁਣ ਇਹ ਆ ਵੀ ਆਪਾਂ ਇੱਕ ਮਤਲਬ ਕਿ ਕੋਈ ਆਪਣਾ ਸਿਸਟਮ ਜੇ ਨਾਲ ਨਹੀਂ ਕੰਮ ਚੱਲ ਰਿਹਾ। ਅੱਜ ਆਪਾਂ ਇਕੋਨਮੀ ਪਾਤੀ, ਕੱਲ੍ਹ ਆਪਾਂ ਪੋਲਿਟੀ ਪਾਤੀ, ਬਟ ਇਹ ਆ ਵੀ ਜਿਹੜੀ ਚੀਜ਼ ਆਪਾਂ ਨੂੰ ਇੰਪੋਰਟੈਂਟ ਲੱਗਦੀ ਹੈ, ਜਿਹੜੀ ਤੁਹਾਡੀ ਡਿਮਾਂਡ ਆਉਂਦੀ, ਉਹਦੇ ਅਕੋਰਡਿੰਗਲੀ ਆਪਾਂ ਕਰ ਲੈਂਦੇ ਹਾਂ। ਪਰ ਉਵੇਂ ਫਿਰ ਆਪਾਂ ਇੱਕ ਸਿਸਟਮ ਦੇ ਤਰੀਕੇ ਦੇ ਨਾਲ ਪੂਰੇ ਟੌਪਿਕ A to Z ਕਵਰ ਕਰਾਂਗੇ ਸੀਰੀਜ਼ ਬਾਈ, ਠੀਕ ਆ। ਤਾਂ ਤੁਸੀਂ ਬੱਚੇ ਬਿਲਕੁਲ ਤੁਹਾਨੂੰ ਫ੍ਰੀ ਆਫ ਕਾਸਟ ਕਰਵਾਏ ਜਾਣਗੇ। ਬਾਕੀ ਜਿਹੜੇ ਮੈਂ ਤੁਹਾਨੂੰ ਇੱਥੇ ਟੌਪਿਕ ਕਰਵਾਤੇ, ਤੁਸੀਂ ਇਹਨਾਂ ਨੂੰ ਨੈੱਟ 'ਤੇ ਸਰਚ ਕਰਕੇ ਦੇਖ ਸਕਦੇ ਹੋ, ਅਤੇ ਤੁਹਾਨੂੰ ਕਿਵੇਂ ਦੇ ਕਰਵਾਏ ਜਾਣਗੇ ਔਰ ਉਹਨਾਂ ਦੇ ਵਿੱਚ ਕੀ ਡਿਫਰੈਂਸ ਰਿਹਾ, ਤੁਸੀਂ ਆਪੇ ਐਨਾਲਿਸਿਸ ਕਰ ਲੈਣਾ ਇਸ ਤੋਂ ਬਾਅਦ ਵੀ ਮਤਲਬ ਕਿ ਕਿਵੇਂ ਦਾ ਤੁਹਾਨੂੰ ਕਰਵਾਇਆ ਜਾ ਰਿਹਾ। ਤਾਂ ਬੱਚੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ, ਔਰ ਆਪਣਾ ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ। ਜਿਹੜੇ ਕੁਐਸਚਨ ਪੁੱਛੇ ਜਾਂਦੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਕਰਿਆ ਕਰੋ। ਤਾਂ ਜੇ ਬੱਚੇ ਜਿਵੇਂ ਤੁਹਾਡਾ ਕੋਈ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਟੈਲੀਗ੍ਰਾਮ 'ਤੇ ਜਾਂ ਇੱਥੇ, ਉਹਦਾ ਰਿਪਲਾਈ ਕਰਨਾ ਜ਼ਰੂਰੀ ਸਮਝਿਆ ਕਰੋ। ਤਾਂ ਇੰਨੀ ਕੁ ਰਿਸਪੌਂਸਿਬਿਲਿਟੀ ਤੁਹਾਡੇ ਤੋਂ ਹੋਣੀ ਚਾਹੀਦੀ ਹੈ ਬੱਚੇ, ਕਿਉਂਕਿ ਕੱਲ੍ਹ ਨੂੰ ਤੁਸੀਂ ਆਫਟਰ ਆਲ ਇੱਕ ਪੋਸਟ ਸੰਭਾਲ ਰਹੇ ਹੋ, ਠੀਕ ਆ, ਡਿਸਟ੍ਰਿਕਟ ਲੈਵਲ 'ਤੇ ਪੋਸਟ ਸੰਭਾਲ ਰਹੇ ਹੋ ਤੁਸੀਂ, ਤਾਂ ਤੁਸੀਂ ਉਹਦੇ ਏਬਲ ਹੈਗੇ ਹੋ ਕਿ ਨਹੀਂ, ਇੰਨੇ ਕੁ ਰਿਸਪੌਂਸਿਬਿਲਿਟੀ ਹੋਣੀ ਤੁਹਾਡੇ 'ਚ ਜ਼ਰੂਰੀ ਆ, ਲਾਜ਼ਮੀ ਆ। ਤਾਂ ਇਹ ਗੁਣ ਤੁਹਾਡੇ 'ਚ ਹੋਣਾ ਚਾਹੀਦਾ। ਵੀਡੀਓ ਦੇਖਣ ਦੇ ਲਈ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਸਭ ਨੂੰ ਬਾਏ ਬਾਏ, ਟੇਕ ਕੇਅਰ।